कथा दी सेवावां पंथ दी अजीम शख्सियत पंथ प्रसिद्ध विद्वान सत्कारयोग बाबा ਬੰਤਾ ਸਿੰਘ जी मुंडा पिंड मुखी संप्रदाय बाबा विधि चंद जी निभा रहे हैं। गल रिपीट होंदी है तो पकड़ विच आ जाती है, प्रेरणा बनती है। दास ने बेनती की सी कि बाबा विधि चंद जिन्होंने भाई विधि चंद कह के भी पुकारिया जाता कई बारी, पर किन्नी महान बख्शिश गुरु हरगोबिंद साहब जी ने की। आम तौर पर कोई बच्चा ना पिता का नाम रोशन करे तो पिता कहता कि मेरा सीना चौड़ा कर दिता, मेरी छाती चौड़ी हो गई। तो इत्थे ते गुरु हरगोबिंद साहब जी ने कह दिता, विधि चंद छीना गुरु का सीना, कहते तू मेरा सीना ही बन गया है। तो किड्डी वड्डी बख्शिश जो इउं सिदक विखाउंदे ने गुरु प्रति, अपनी जाना वारन नूं तैयार हो जाते हैं, तो फिर गुरु भी पिछे नहीं रहिंदा ना। जे लखी शाह ने धड़ नूं संभालिया तो लखी शाह वणजारा हाल के रूप में गुरु तेग बहादुर साहब जी ने नाल ही बिठा लिया। खैर उस महान संप्रदा के मुखी सत्कारयोग बाबा बंता सिंह जी कथा की सेवावां निभा रहे हैं। सुंदर कथा करते हैं, टिक के कथा का आनंद माणो। वाहिगुरु जी का खालसा, वाहिगुरु जी की फतेह। वाहिगुरु वाहिगुरु। गुर गोबिंद गोपाल गुर, गुर पूरन नारायण है, गुर दयाल समरथ गुर, गुर नानक पतत उदाहरण है। तिलक जंजू राखा प्रभु ताका, कीनो बड़ो कलू मह साका। ठीकर फोर दलीस सिर, प्रभपुर किया पयान। तेग बहादुर सीकरिया, करी ना किन्हू आन। तेग बहादुर के चलत, भयो जगत को शोक। है सब जग भयो, जय 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 सुर लोक। चवर छतर तखत दे मालक साहिब श्री गुरु ग्रंथ साहिब जी महाराज, तिन्हां दी पाक हजूरी विच सुभाएमान गुरु स्वरूप गुरु प्यारी खालसा साध संगत जी फतेह प्रवान करो। वाहिगुरु जी का खालसा, वाहिगुरु जी की फतेह। धन धन श्री गुरु तेग बहादुर साहिब सच्चे पातशाह, धर्म दे इंसानियत दे तिलक जंजू दे राखे। तिन्हां दे पाक शहीदी अस्थान गुरुद्वारा श्री शीशगंज साहिब दिल्ली विखे आप सरबत संगतां हाजरीन हो। बड़ी भावना दे नाल सहजता दे विग्यानी हरनाम सिंह जी हुणां पासों आप संगत ने तुर्की बाणी दा फुरमान सरवण कीता है। आओ इस अगमी वाक दी कथा विचार दे नाल जुड़ करके अपने समय नूं जीवन नूं सफला करिए। सतनाम श्री वाहिगुरु साहिब जी।
ਗੌੜੀ ਮਹੱਲਾ ਪੰਜਵਾ। ਗਰੀਬਾ ਉਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਇਹ ਪਾਕ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 199 ਅੰਗ ਉੱਪਰ ਦਰਜ ਹੈ। ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਨੇ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ। ਗੁਰੂ ਅਰਜਨ ਇਜ਼ ਦਾ ਟਰਾਂਸੈਂਡੈਂਟ ਲਾਰਡ, ਖੁਦਾ ਦਾ ਰੂਪ ਨੇ ਗੁਰੂ ਅਰਜਨ ਸਾਹਿਬ, ਜੋ ਹਰ ਜ਼ਰੇ 'ਚ ਸਮਾਇਆ ਹੈ। ਔਰ ਤਿੰਨਾਂ ਦੇ ਗਲੂਏ ਦੇ ਇਹ ਪਾਕ ਬੋਲ ਨੇ। ਮਹਾਰਾਜ ਇੱਥੇ ਹੁਕਮ ਕਰਦੇ ਨੇ ਗੌੜੀ ਰਾਗ ਦੇ ਅੰਦਰ, ਗਰੀਬਾ ਉੱਪਰ ਜੇ ਖਿੰਜੈ ਦਾੜੀ। ਗਰੀਬ ਲਫ਼ਜ਼ ਵਰਤਿਆ ਹੈ, ਅਰਬੀ ਦਾ ਲਫ਼ਜ਼ ਹੈ, ਆਪਾਂ ਪੰਜਾਬੀ ਵਿੱਚ ਬੜਾ ਵਰਤਦੇ ਹਾਂ। ਇਹਦਾ ਭਾਵ ਮੁਸਾਫਿਰ ਵੀ ਹੁੰਦਾ ਹੈ, ਪਰਦੇਸੀ ਵੀ ਹੁੰਦਾ ਹੈ, ਨਿਰਧਨ ਵੀ ਹੁੰਦਾ ਹੈ, ਕੰਗਾਲ ਵੀ ਕਹਿ ਦਿੰਦੇ ਨੇ, ਦੀਨ ਨਿਮਾਣਾ ਵੀ ਕਹਿ ਦਿੰਦੇ ਨੇ, ਆਸਮਰੱਥ ਵੀ ਕਹਿ ਦਿੰਦੇ ਨੇ, ਜਿਹਦੇ ਪੱਲੇ ਕੁਝ ਨਹੀਂ ਹੈ। ਅੱਗੇ ਖਿੰਜੈ ਲਫ਼ਜ਼ ਹੈ। ਖਿੰਜੈ ਦਾ ਭਾਵ ਹੁੰਦਾ ਹੈ ਕਸਾਓ, ਖਿੰਚਣਾ, ਕੱਸ ਕੇ ਰੱਖਣਾ। ਦਾੜੀ ਲਫ਼ਜ਼ ਇਹ ਜੋ ਚਿਹਰੇ ਤੇ ਰੋਮ ਨੇ, ਇਹਨਾਂ ਲਈ ਇਸ ਲਈ ਵਰਤਿਆ ਜਾਂਦਾ ਹੈ, ਚੱਬਣ ਵਾਲੇ ਦੰਦਾਂ ਨੂੰ ਆਪਾਂ ਦਾੜਾਂ ਕਹਿ ਦਿੰਦੇ ਹਾਂ। ਇਹ ਜਿਹੜੀ ਬੀੜ ਹੈ, ਇਹ ਜਿਹੜੇ ਦੰਦ ਨੇ, ਜੋ ਦਾੜਾਂ ਨੇ, ਇਹਨਾਂ ਤੋਂ ਜਿਹੜੇ ਵਾਲ ਉੱਗਦੇ ਨੇ ਦਾੜਾਂ ਦੇ ਉੱਪਰ, ਉਹਨੂੰ ਆਪਾਂ ਦਾੜੀ ਕਹਿ ਦਿੰਦੇ ਹਾਂ। ਮਹਾਰਾਜ ਕਹਿੰਦੇ ਨੇ ਤੂੰ ਗਰੀਬਾਂ ਦੇ ਉੱਤੇ, ਤੂੰ ਨਿਮਾਣਿਆਂ ਦੇ ਉੱਤੇ ਹੈਂਕੜ ਬੜੀ ਝਾੜਦਾ ਹੈ। ਗਰੀਬ ਵੱਲ ਵੇਖ ਕੇ ਮੁੱਛਾਂ ਨੂੰ ਤਾ ਦਿੰਦਾ ਹੈ, ਦਾੜੇ ਤੇ ਹੱਥ ਫੇਰਦਾ ਹੈ, ਹੰਕਾਰ ਕਰਦਾ ਹੈ, ਗਰਬ ਕਰਦਾ ਹੈ। ਗਰੀਬੜਿਆਂ ਨੂੰ ਤੂੰ ਦੁੱਖ ਦਿੰਦਾ ਹੈ, ਦਬਾਉਣਾ ਹੈ ਇਹਨਾਂ ਨੂੰ, ਜ਼ੁਲਮੋ ਸਿਤਮ ਢਾਉਣਾ ਹੈ ਤੂੰ ਇਹਨਾਂ ਦੇ ਉੱਤੇ। ਇਹਦੀ ਇੱਕ ਸਜ਼ਾ ਹੈ। ਉਹ ਕੀ ਹੈ? ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪਾਰ ਬ੍ਰਹਮ ਜੋ ਜਗਤ ਤੋਂ ਪਰਾਂ ਹੈ, ਨਿਰਗੁਣ ਬ੍ਰਹਮ ਹੈ, ਜੋ ਹਰ ਜ਼ਰੇ ਵਿੱਚ ਤੇ ਸਮਾਇਆ ਹੈ, ਵਿਆਪਕ ਹੈ, ਪਰ ਪੁੰਨਾਂ ਪਾਪਾਂ ਤੋਂ, ਰਜੋ ਤਮੋ ਸਤੋ, ਇਹ ਮਾਇਆ ਦੇ ਗੁਣਾਂ ਤੋਂ ਪਾਸੇ ਹੈ। ਅੱਗੇ ਅਗਨ ਲਫ਼ਜ਼ ਹੈ, ਆਤਿਸ਼ ਨੂੰ ਕਹਿੰਦੇ ਨੇ, ਅੱਗ ਨੂੰ ਕਹਿ ਦਿੰਦੇ ਨੇ। ਸਾੜੀ ਦਾ ਭਾਵ ਹੈ ਜਲਾ ਕੇ ਰਾਖ ਕਰ ਦੇਣਾ। ਜੋ ਮਾਣ ਕਰਦਾ ਹੈ ਨਾ ਆਪਣੇ ਮਰਾਤਬੇ ਦੇ ਉੱਤੇ, ਤਖਤ ਦੇ ਉੱਤੇ, ਜਾਤ ਦੇ ਉੱਤੇ, ਪੈਸੇ ਦੇ ਉੱਤੇ, ਰੰਗ ਰੂਪ ਦੇ ਉੱਤੇ, ਮੁੱਛਾਂ ਤੇ ਹੱਥ ਫੇਰਦਾ ਹੈ, ਤਾ ਦਿੰਦਾ ਹੈ ਮੁੱਛਾਂ ਨੂੰ, ਦਾੜੇ ਤੇ ਹੱਥ ਫੇਰਦਾ ਹੈ, ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਹੈ। ਕਹਿੰਦੇ ਰੰਚਕ ਮਾਤਰ ਸਮਾਂ ਲੱਗੇਗਾ, ਸਾੜ ਕੇ ਤੇਰੇ ਅਹੰਕਾਰ ਨੂੰ, ਤੇਰੀ ਕਾਇਆ ਨੂੰ ਖੁਦਾ ਸੁਆਹ ਕਰ ਦਵੇਗਾ, ਜਿਹਦੇ ਅੱਗੇ ਤੇਰੀ ਕੋਈ ਔਕਾਤ ਨਹੀਂ ਹੈ। ਕਬੀਰ ਜੀ ਨੇ ਬੜਾ ਸੁੰਦਰ ਬਚਨ ਕਿਹਾ, ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ, ਦਫਤਰ ਲੇਖਾ ਨੀਕ ਸੈ, ਮਾਰ ਮੋਹੈ ਮੋਹੇ ਖਾਏ। ਕਹਿੰਦੇ ਜ਼ੋਰ ਕਰਦਾ ਹੈ ਗਰੀਬਾਂ ਉੱਤੇ, ਉਹ ਤੇਰਾ ਕੁਝ ਵਿਗਾੜ ਨਹੀਂ ਸਕਦੇ।
ਪਰ ਜੇ ਤੂੰ ਆਖੇ ਵੀ ਤੈਨੂੰ ਸਜ਼ਾ ਨਹੀਂ ਮਿਲੇਗੀ ਤੇਰੇ ਕੀਤੇ ਹੋਏ ਇਸ ਦੁਸ਼ਕਰਮ ਦੀ, ਕਹਿੰਦੇ ਭੁਲੇਖੇ ਵਿੱਚ ਹੈ। ਖੁਦਾ ਇਹਦਾ ਹਿਸਾਬ ਤੇਥੋਂ ਲਵੇਗਾ। ਉਹਦਾ ਜਿਹੜਾ ਦਰਗਾਹੀ ਦਫ਼ਤਰ ਹੈ ਨਾ, ਜਿੱਥੇ ਤੇਰੇ ਕਰਮਾਂ ਦਾ ਹਿਸਾਬ ਕੀਤਾ ਜਾ ਰਿਹਾ ਹੈ, when your account is called for, your face and mouth shall be beaten, ਜਦੋਂ ਹਿਸਾਬ ਹੋਵੇਗਾ ਉਹਦੀ ਦਰਗਾਹ ਅੰਦਰ, ਤੇਰਾ ਖਾਤਾ ਖੋਲਿਆ ਜਾਵੇਗਾ। ਇਹ ਕੀਤੇ ਹੋਏ ਭੈੜੇ ਕਰਮਾਂ ਕਰਕੇ ਕਹਿੰਦੇ ਤੈਨੂੰ ਡਾਂਗ ਫਿਰਨੀ ਹੈ, ਤੇਰੇ ਸੂਖਸ਼ਮ ਸਰੀਰ ਨੂੰ ਮਾਰ ਪੈਣੀ ਹੈ। ਨਿਰਧਨ ਬੰਦਾ ਤੇਰਾ ਕੁਝ ਵਿਗਾੜ ਨਾ ਸਕੇ, ਇਹ ਹੋ ਸਕਦਾ ਹੈ, ਪਰ ਖੁਦਾ ਤੈਨੂੰ ਬਖਸ਼ ਦੇਵੇ ਕੀਤੇ ਇਸ ਗੁਨਾਹ ਕਰਕੇ, ਕਹਿੰਦੇ ਇਹ ਨਹੀਂ ਹੋਵੇਗਾ। ਇਹਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ। ਕਹਿੰਦੇ ਨੇ ਕਹਾ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਕਹਿੰਦੇ ਕਿਸ ਗੱਲ ਦਾ ਹੰਕਾਰ ਹੈ? ਇਹ ਕੋਈ ਵੱਡੀ ਗੱਲ ਨਹੀਂ ਹੈ ਵੀ ਤੇਰੇ ਕੋਲ 10 ਮਣ ਦਾਣੇ ਇਕੱਠੇ ਹੋ ਗਏ, ਤੇਰੇ ਕੋਲ 4 ਟਕੇ ਆ ਗਏ, ਤੇਰੇ ਕੋਲ ਪੈਸਾ ਆ ਗਿਆ, ਚੱਲਣ ਹੀ ਟੇਢਾ ਲੱਗ ਪਿਆ ਹੈ, ਵੇਖਣ ਹੀ ਲੋਕਾਂ ਵੱਲ ਟੇਢਾ ਲੱਗ ਪਿਆ ਹੈ। ਮਾਇਆ ਕੀ ਆ ਗਈ, ਵਿਕਾਰਾਂ ਦੇ ਵਿੱਚ ਗਲਤ ਰਸਤੇ ਤੇ ਚੱਲ ਪਿਆ ਹੈ, ਲੋਕਾਈ ਨੂੰ ਕੀੜਾ ਸਮਝਣ ਲੱਗ ਪਿਆ। ਕਹਿੰਦੇ ਦਿਵਸ ਚਾਰ ਕੀ ਕਰਹੋ ਸਾਹਿਬੀ, ਜੈਸੇ ਬਨਹਰ ਪਾਤ। ਇਹ ਮਾਇਆ, ਇਹ ਟਕੇ, ਇਹ ਦਾਣੇ, ਇਹ ਸਾਹਿਬੀ, ਇਹ ਤਖਤੋ ਤਾਜ, ਇਹ ਸਰਕਾਰਾਂ ਸਦੀਵੀ ਨਹੀਂ ਰਹਿਣੀਆਂ। ਕਹਿੰਦੇ ਤੇਰੀ ਔਕਾਤ ਕੇਵਲ ਇੰਨੀ ਹੈ ਜਿੰਨੀ ਕਿਸੇ ਬਨ ਵਿੱਚ, ਜੰਗਲ ਵਿੱਚ ਉੱਗੇ ਹੋਏ ਰੁੱਖ ਦੇ ਉੱਤੇ ਝੂਲਦੇ ਹਰੇ ਪੱਤਿਆਂ ਦੀ ਹੈ। ਝੱਟ ਪੱਤ ਚੜਾਈ ਤੇ ਇਹਨਾਂ ਝੜ ਜਾਣਾ, ਪੱਤੇ ਨਵੇਂ ਉੱਗ ਪੈਣੇ ਨੇ। ਤੂੰ ਅੱਜ ਰਾਜਾ ਹੈ, ਕੱਲ ਮਿੱਟੀ ਹੋਵੇਂਗਾ, ਤਖਤ ਕਿਸੇ ਹੋਰ ਨੇ ਮੰਨਣਾ ਹੈ। ਕਹਿੰਦੇ ਮਾਣ ਕਿਸ ਗੱਲ ਦਾ ਕਰਦਾ ਹੈ? ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਦਕ ਛਤਰਪਤ, ਖਿਨਮਹਿ ਗਏ ਬਿਲਾਤ। ਤੂੰ ਤਾਂ ਕਹਿੰਦੇ ਕੁਝ ਵੀ ਨਹੀਂ ਹੈ। ਇੱਥੇ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਰਹੇ ਨੇ, ਰਾਵਣ ਵਰਗੇ ਰਾਜੇ, ਕੁਰਲਾਉਂਦੇ ਹੋਏ, ਰੋਂਦੇ ਹੋਏ ਦੁਨੀਆ ਤੋਂ ਚਲੇ ਗਏ। ਪਾਸਡ ਅਵੇ ਇਨ ਐਨ ਇਨਸਟੈਂਟ, ਰੰਚਕ ਮਾਤਰ ਸਮੇਂ ਵਿੱਚ ਮਿੱਟੀ ਵਿੱਚ ਮਿਲਾ ਦਿੱਤੇ ਖੁਦਾ ਨੇ। ਤੇ ਤੂੰ ਕਾਹਦਾ ਕਹਿੰਦੇ ਮਾਣ ਕਰਦਾ ਹੈ? ਗੁਰੂ ਨਾਨਕ ਸਾਹਿਬ ਭਾਈ ਬਾਲੇ ਮਰਦਾਨੇ ਨਾਲ ਤੁਰੇ ਜਾ ਰਹੇ ਨੇ, ਲੋਕਾਈ ਨੂੰ ਤਾਰਨ ਲਈ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲਿਆਂ ਭੜਕਿਆਂ ਨੂੰ ਸਿੱਧੇ ਰਸਤੇ ਪਾਉਣ ਦੇ ਲਈ। ਇੱਕ ਜਵਾਨ ਹਾਕਮ ਮਰਾਤਬੇ ਦੇ, ਪੈਸੇ ਦੇ, ਜਾਤ ਦੇ ਗੁਮਾਨ ਵਿੱਚ ਚੂਰ, ਘੋੜੇ ਤੇ ਚੜਿਆ ਹੈ। ਰਸਤਾ ਮੰਗਣ ਦੀ ਬਜਾਏ ਉਸਨੇ ਭਾਈ ਮਰਦਾਨੇ ਦੇ ਲੱਕ ਦੇ ਵਿੱਚ ਨਾ ਰਕਾਬ ਮਾਰ ਦਿੱਤੀ। ਦਰਦ ਹੋਇਆ, ਅੱਗੇ ਲੰਘ ਗਿਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਮਹਾਰਾਜ ਗਲੂਏ ਚੋਂ ਬੋਲ ਕੇ ਵੀ ਰਸਤਾ ਮੰਗ ਸਕਦਾ ਸੀ, ਮੇਰੇ ਰਕਾਬ ਮਾਰੀ ਹੈ, ਮੇਰੇ ਨਾਲ ਧੱਕੋ ਜ਼ੋਰੀ ਕੀਤੀ ਹੈ, ਇਹ ਠੀਕ ਨਹੀਂ ਹੋਇਆ। ਪਾਤਸ਼ਾਹ ਕਹਿੰਦੇ ਇਹਨੂੰ ਹੰਕਾਰ ਹੈ, ਇਹਨੂੰ ਮਾਣ ਹੈ। ਤੇ ਸਹਿ ਸੁਭਾ ਇੱਕ ਬਚਨ ਨਿਕਲਿਆ ਖੁਦ ਖੁਦਾ ਗੁਰੂ ਨਾਨਕ ਦੇ ਗਲੂਏ ਮੁਬਾਰਕ ਤੋਂ, ਕਮਰ ਕਟਾਰਾ ਬੰਕੁੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ, ਮਤ ਸਿਰੇ ਆਵੈ ਭਾਰ। ਕਹਿੰਦੇ ਕੀ ਹੋਇਆ? ਤੂੰ ਜਵਾਨ ਹੈ, ਕੀ ਹੋਇਆ? ਤੂੰ ਕਮਰ ਕੱਸੇ ਵਿੱਚ ਸੋਹਣੀ, ਕਟਾਰ ਟੰਗੀ ਹੋਈ ਹੈ, ਬੰਕੇ ਘੋੜੇ ਦੇ ਉੱਤੇ ਚੜਿਆ ਹੋਇਆ ਹੈ,
ਦੇਵਨੇਤ ਦਾ ਕੋਈ ਪਤਾ ਨਹੀਂ, ਅੱਜ ਤੂੰ ਘੋੜੇ ਦੇ ਉੱਤੇ ਐ ਤੇ ਰੰਚਕ ਮਾਤਰ ਸਮੇਂ ਵਿੱਚ ਸਿਰ ਤੇ ਭਾਰ ਐਸਾ ਆਵੇ ਵੀ ਘੋੜਾ ਤੇਰੇ ਉੱਤੇ ਹੋਵੇ। ਇੰਨਾ ਕਹਿਣ ਦੀ ਦੇਰ ਸੀ, ਦੇਖਦਿਆਂ ਦੇਖਦਿਆਂ ਪਗਡੰਡੀ ਤੋਂ ਘੋੜੇ ਦਾ ਪੌੜ ਖਿਸਕ ਗਿਆ, ਨਿਵਾਣ ਵਿੱਚ ਡਿੱਗਾ ਤੇ ਉਹ ਜਿਹੜਾ ਬੰਕਾ ਜਵਾਨ ਸੀ ਘੋੜੇ ਦੇ ਥੱਲੇ ਆ ਗਿਆ ਤੇ ਕਹਿੰਦੇ ਘੋੜੇ ਦੇ ਡਿੱਗਦਿਆਂ ਹੀ ਘੋੜੇ ਦੀ ਗਰਦਨ ਟੁੱਟ ਗਈ, ਘੋੜਾ ਮੋਇਆ ਤੇ ਜਿਹੜਾ ਘੋੜੇ ਤੇ ਚੜਿਆ ਜਾਂਦਾ ਸੀ ਉਹਨੇ ਕਾਠੀ ਮਹਿੰਗੀ ਹੁੰਦੀ ਘੋੜੇ ਦੀ, ਮੋਏ ਘੋੜੇ ਤੋਂ ਕਾਠੀ ਲਾ ਕੇ ਸਿਰ ਤੇ ਰੱਖ ਲਈ ਤੇ ਅਗਾਂਹ ਚੱਲਦਾ ਬਣਿਆ। ਤੇ ਮਹਾਰਾਜ ਇਹ ਗੱਲ ਸਮਝਾਉਂਦੇ ਨੇ, ਗਰਬ ਨਾ ਕਰ, ਹੰਕਾਰ ਨਾ ਕਰ, ਅੱਜ ਤੂੰ ਮਿੱਟੀ ਤੇ ਚੱਲ ਰਿਹਾ ਹੈ, ਕੱਲ ਕਬਰ ਵਿੱਚ ਹੋਵੇਂਗਾ, ਮਿੱਟੀ ਤੇਰੇ ਸਿਰ ਪਵੇਗੀ। ਇੱਥੇ ਮਾਣ ਕਿਸ ਗੱਲ ਦਾ ਹੈ? ਇੱਕ ਸ਼ਾਇਰ ਦੇ ਬੋਲ ਨੇ, ਕਹਿੰਦਾ ਉੜਨੇ ਦੋ ਮਿੱਟੀ ਕੋ ਕਹਾਂ ਤੱਕ ਉੜੇਗੀ, ਹਵਾ ਰੁਕੇਗੀ ਤੋ ਜ਼ਮੀਂ ਪਰ ਹੀ ਗਿਰੇਗੀ। ਕਿੰਨਾ ਕੁ ਉੱਡ ਸਕਦਾ ਹੈ? ਉੱਡ ਲੈ ਕਹਿੰਦੇ, ਔਕਾਤ ਤੇਰੀ ਮਿੱਟੀ ਹੈ, ਮਿੱਟੀ ਵਿੱਚ ਇੱਕ ਦਿਨ ਮਿਲ ਜਾਵੇਂਗਾ। ਗਰਬ ਨਾ ਕਰ, ਕਿਉਂਕਿ ਗਰਬ ਨੂੰ ਗਾਲਣ ਲਈ ਖੁਦਾ ਤਿਆਰ ਰਹਿੰਦਾ ਹੈ ਤੇ ਗਰੀਬ ਨੂੰ ਪਾਲਣ ਲਈ ਤਿਆਰ ਰਹਿੰਦਾ ਹੈ। ਜ਼ਫਰਨਾਮੇ ਦੇ ਫਾਰਸੀ ਦੇ ਬੋਲ ਨੇ ਕਲਗੀਧਰ ਪਾਤਸ਼ਾਹ ਦੇ, ਕਹਿੰਦੇ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੁਦਾਜ਼। ਉਹ ਜਿਹੜਾ ਸਾਹਿਬ ਹੈ ਨਾ, ਗਰੀਬਾਂ ਦੀ ਦੇਖਭਾਲ ਕਰਦਾ ਹੈ। ਇੱਥੇ ਗਰੀਬੀ ਕੱਲੀ ਤਨ ਦੀ ਨਹੀਂ ਹੈ, ਮਨ ਦੀ ਵੀ ਹੈ। ਨਿਰਮਾਣਤਾ ਵਿੱਚ ਰਹਿਣ ਵਾਲੇ ਦੀ ਦੇਖਭਾਲ ਕਰਦਾ ਹੈ। ਹੀ ਇਜ਼ ਦਾ ਪ੍ਰੋਟੈਕਟਰ ਆਫ ਦਾ ਲੋਲੀ, ਨੀਵਿਆਂ ਦੀ ਦੇਖਭਾਲ ਕਰਦਾ ਹੈ। ਐਂਡ ਹੀ ਇਜ਼ ਦਾ ਡਿਸਟਰੋਇਰ ਆਫ ਦਾ ਐਨੀਮੀਜ਼। ਜਿਹੜੇ ਗਨੀਮ ਨੇ, ਹੰਕਾਰੀ ਨੇ, ਦੁਸ਼ਮਣ ਨੇ ਗਰੀਬਾਂ ਦੇ, ਮਾਨਵਤਾ ਦੇ, ਕਹਿੰਦੇ ਉਹਨਾਂ ਨੂੰ ਪਲ ਭਰ ਵਿੱਚ ਗਾਲ ਕੇ ਸੁੱਟ ਦਿੰਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਸੋ ਮਹਾਰਾਜ ਕਹਿੰਦੇ ਗਰੀਬਾਂ ਵੱਲ ਵੇਖ ਕੇ ਦਾੜੇ ਤੇ ਹੱਥ ਫੇਰਦਾ ਹੈ, ਮੁੱਛਾਂ ਨੂੰ ਤਾ ਦਿੰਦਾ ਹੈ, ਗੁਮਾਨ ਕਰਦਾ ਹੈ ਥੋੜਾ ਸਮਾਂ ਹੀ ਲੱਗੇਗਾ, ਇਹ ਦਾੜੀ ਨੂੰ ਸਾੜ ਕੇ ਰੱਖ ਦੇਵੇਗਾ ਪਰਮਾਤਮਾ, ਭਾਵ ਤੇਰਾ ਖੁਰਾ ਖੋਜ ਮਿਟਾ ਦੇਵੇਗਾ ਪਰਮਾਤਮਾ। ਵੈਸੇ ਵੀ ਗਾਰਬੀ ਬੰਦਾ, ਹੰਕਾਰੀ ਬੰਦਾ ਕਈ ਤਰ੍ਹਾਂ ਦੀ ਅੱਗ 'ਚ ਸੜਦਾ ਹੈ। ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਈਰਖਾ ਦੀ ਅੱਗ ਵਿੱਚ ਸੜਦਾ ਹੈ। ਬਾਣੀ ਚਾਹੁੰਦਾ ਨਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਤਿਸਨਾ ਅਗਨ ਜਲੈ ਸੰਸਾਰਾ। ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ। ਹੰਕਾਰੀ ਬੰਦੇ ਨੂੰ ਕੋਈ ਨਾ ਕੋਈ ਅੱਗ ਲੱਗੀ ਰਹਿੰਦੀ ਹੈ, ਵਿਕਾਰਾਂ ਵਿੱਚ ਸੜਦਾ ਰਹਿੰਦਾ ਹੈ। ਕਾਮ ਕ੍ਰੋਧ ਜਲੈ ਸਭ ਕੋਈ, ਕ੍ਰੋਧ ਵਿੱਚ ਜਲਦਾ ਰਹਿੰਦਾ ਹੈ, ਕਾਮਨਾ ਪੂਰਤੀ ਨਹੀਂ ਹੁੰਦੀ, ਇਹਦੇ ਵਿੱਚ ਜਲਦਾ ਰਹੇਗਾ। ਹੈ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਕਹਿੰਦੇ ਜੰਮਣ ਤੇ ਮਰਨ ਰੂਪੀ ਅੱਗ ਵਿੱਚ ਹੰਕਾਰੀ ਬੰਦਾ ਸੜਦਾ ਹੈ। ਗਰਭ ਦੀ ਵੀ ਅੱਗ ਹੈ, ਜਿੱਥੇ ਕਠੋਰ ਤੋਂ ਕਠੋਰ ਭੋਜਨ ਵੀ ਜਲ ਕੇ ਰਾਖ ਹੋ ਜਾਂਦਾ ਹੈ। ਗਾਰਬੀ ਬੰਦਾ, ਹੰਕਾਰੀ ਬੰਦਾ ਗਰਭ ਦੀ ਅੱਗ ਵਿੱਚ ਜਨਮਾਂ ਜਨਮੰਤਰਾਂ ਵਿੱਚ ਪੈ ਕੇ ਸੜਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਝੂਠੇ ਵਿੱਚ ਅਹੰਕਰਨ ਹੈ, ਖਸਮ ਨਾ ਪਾਵੈ ਸਾਧ। ਹੰਕਾਰੀ ਬੰਦੇ ਨੂੰ ਪਰਮਾਤਮਾ ਨਹੀਂ ਮਿਲਦਾ, ਔਰ ਜਿਸ ਨੂੰ ਨਿਰੰਕਾਰ ਨਾ ਮਿਲਿਆ ਉਹ ਸੰਸਾਰ ਤੇ ਹੀ ਰਹਿੰਦਾ ਹੈ। ਕਈ ਜੂਨਾਂ ਨੇ, 184 ਜੋਨ ਭਰਮਾਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਉਹ ਇਦਾਂ ਸੜਦਾ ਰਹਿੰਦਾ ਹੈ ਗਰਭ ਦੀ ਅੱਗ ਦੇ ਵਿੱਚ। ਜਿੱਥੈ ਅਗਨ ਭਖੈ ਪੜਹਾਰੇ, ਊਰਦ ਮੁਖ ਮਹਾ ਗੁਬਾਰੇ। ਢਿੱਡ ਵਿੱਚ ਵੀ ਅੱਗ ਬਲਦੀ ਹੈ, ਪੇਟ ਦੇ ਵਿੱਚ ਵੀ ਸੇਕ ਹੈ, ਉਦਰ ਦੇ ਵਿੱਚ ਭੜ ਭੜ ਕੇ ਉਹ ਮੱਚਦਾ ਰਹਿੰਦਾ ਹੈ, ਜੂਨਾਂ ਵਿੱਚ ਉਹ ਮੱਚਦਾ ਰਹਿੰਦਾ ਹੈ। ਇਉਂ ਪਰਮਾਤਮਾ ਹੰਕਾਰੀਆਂ ਨੂੰ ਸਾੜ ਦਿੰਦਾ ਹੈ, ਖੁਰਾ ਖੋਜ ਮਿਟਾ ਦਿੰਦਾ ਹੈ। ਸੋ ਗਰੀਬ ਤੇ ਨਿਰਧਨ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਪੂਰਾ ਨਿਆਂ ਕਰਨਾ ਚਾਹੀਦਾ ਹੈ।
ਅੱਗੇ ਮਹਾਰਾਜ ਫੁਰਮਾਨ ਕਰਦੇ ਨੇ, ਪੂਰਾ ਨਿਆਓ ਕਰੇ ਕਰਤਾਰ। ਦਾ ਕ੍ਰੀਏਟਰ ਐਡਮਿਨਿਸਟਰਸ ਪਰਫੈਕਟ ਜਸਟਿਸ। ਪੂਰਾ ਨਿਆਂ ਕਰਦਾ ਹੈ ਪਰਮਾਤਮਾ। ਦੁਨਿਆਵੀ ਅਦਾਲਤਾਂ ਵਿੱਚ ਕਈ ਵਾਰ ਕਰਿੰਦੇ ਵਿਕ ਜਾਂਦੇ ਨੇ, ਨਿਆਂ ਨਹੀਂ ਮਿਲਦਾ। ਇਸੇ ਕਾਤਲਾਂ ਨੂੰ ਤਖਤ ਮਿਲ ਜਾਂਦਾ ਹੈ ਤੇ ਜਿਹੜੇ ਬੇਗੁਨਾਹ ਨੇ ਉਹਨਾਂ ਨੂੰ ਕੈਦ ਮਿਲ ਜਾਂਦੀ ਹੈ। ਦੁਨੀਆ ਵਿੱਚ ਕੋਈ ਵਿਰਲਾ ਹੀ ਜੱਜ ਹੋਵੇਗਾ ਜਿਹੜਾ ਸੱਚਾ ਨਿਆਂ ਕਰੇਗਾ, ਨਹੀਂ ਤੇ ਤਕਿਆਂ ਤੇ ਵਿਕਦਾ ਹੈ ਹਰ ਕੋਈ। ਪਰ ਪ੍ਰਮਾਤਮਾ ਪੂਰਾ ਨਿਆਂ ਕਰਦਾ ਹੈ, ਮੁਕੰਮਲ ਇਨਸਾਫ ਕਰਦਾ ਹੈ। ਜੋ ਕੀਤਾ ਹੈ ਉਹਦੀ ਸਜ਼ਾ ਮਿਲੇਗੀ, ਉਹਦਾ ਫਲ ਮਿਲੇਗਾ। ਨਿਆਓ ਦਾ ਮਤਲਬ ਹੈ ਅਦਲ, ਨਿਆਂ, ਇਨਸਾਫ। ਕਰਤਾਰ ਕਹਿੰਦੇ ਨੇ ਕਰਤਾ ਹੈ ਜੋ ਦੁਨੀਆ ਦਾ, ਜੋ ਕ੍ਰੀਏਟਰ ਹੈ, ਦੁਨੀਆ ਨੂੰ ਪੈਦਾ ਕਰਨ ਵਾਲਾ ਹੈ। ਬਾਣੀ ਵਿੱਚ ਇੱਕ ਜਗ੍ਹਾ ਜ਼ਿਕਰ ਆਉਂਦਾ ਹੈ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਓ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਵੱਡੀ ਵਡਿਆਈ ਹੈ ਪਰਮਾਤਮਾ ਦੀ, ਧਰਮ ਦਾ ਨਿਆਂ ਕਰਦਾ ਹੈ, ਸੱਚ ਦਾ ਨਿਆਂ ਕਰਦਾ ਹੈ। ਕਹਿੰਦੇ ਨਿਆਂ ਕਿਸ ਤਰ੍ਹਾਂ ਹੁੰਦਾ ਹੈ? ਕਹਿੰਦੇ ਤੇਰੀ ਕਰਨੀ ਵੇਖ ਕੇ, ਜੈਸੀ ਤੇਰੀ ਕਰਨੀ ਹੈ ਵੈਸੀ ਭਰਨੀ ਹੈ, ਵੈਸਾ ਤੈਨੂੰ ਫਲ ਮਿਲੇਗਾ। ਹੁਣ ਬਾਣੀ ਇਹ ਗੱਲ ਕਹਿੰਦੀ ਹੈ, ਹਰ ਆਪ ਬਹਿ ਕਰੇ ਨਿਆਓ, ਕੁੜਿਆਰ ਸਭ ਮਾਰ ਕੱਢੋਏ, ਸਚਿਆਰਾ ਦੇ ਵਡਿਆਈ ਹਰ ਧਰਮ ਨਿਆਓ ਕੀਓਏ। ਸਭ ਹਰ ਕੀ ਕਰਹੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓਏ। ਜੈਕਾਰ ਕੀਓ ਧਰਮੀਓ ਕਾ, ਪਾਪੀ ਕੋ ਦੰਡ ਦਿਓਏ। ਕਹਿੰਦੇ ਕੁਫਰ ਤੋਲਣ ਵਾਲਿਆਂ ਨੂੰ, ਝੂਠ ਬੋਲਣ ਵਾਲਿਆਂ ਨੂੰ, ਨਿੰਦਾ ਕਰਨ ਵਾਲਿਆਂ ਨੂੰ, ਗਰੀਬਾਂ ਤੇ ਜ਼ੁਲਮ ਕਰਨ ਵਾਲਿਆਂ ਕੁੜਿਆਰਾਂ ਨੂੰ 84 ਲੱਖ ਜੂਨਾਂ ਦੇ ਵਿੱਚ ਧੱਕੇ ਮਾਰ ਕੇ ਪਾ ਦਿੰਦਾ ਹੈ। ਤੇ ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਨੇ ਉਹਨਾਂ ਨੂੰ ਵਡਿਆਈ ਦਿੰਦਾ ਹੈ, ਸ਼ੋਭਾ ਦਿੰਦਾ ਹੈ, ਚਰਨਾਂ 'ਚ ਨਿਵਾਸ ਦਿੰਦਾ ਹੈ। ਉਸਤਤ ਕਰੋ ਉਸ ਪਰਮਾਤਮਾ ਦੀ ਜੋ ਗਰੀਬਾਂ ਨੂੰ, ਅਨਾਥਾਂ ਨੂੰ ਰੱਖਣ ਵਾਲਾ ਹੈ। ਧਰਮੀਆਂ ਦੀ ਜੈਕਾਰ ਕਰਾਉਂਦਾ ਹੈ ਤੇ ਪਾਪੀਆਂ ਨੂੰ ਦੰਡਿਤ ਕਰਦਾ ਹੈ। ਕੈਸਾ ਨਿਆਓ ਹੈ ਉਹਦਾ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਆਪਣੇ ਦਾਸ ਕੋ ਰਾਖਨ ਹਾਰ। ਗਰੀਬੜਿਆਂ ਨੂੰ, ਪਿਆਰਿਆਂ ਨੂੰ, ਚਰਨ ਸੇਵਕਾਂ ਨੂੰ ਰੱਖਦਾ ਹੈ, ਗਨੀਮਾਂ ਨੂੰ ਮਾਰ ਦਿੰਦਾ ਹੈ। ਪਿਆਰਿਆਂ ਦੀ ਉਹ ਰੱਖਿਆ ਕਰੇਗਾ। ਦਾਸ ਤੋਂ ਭਾਵ ਗੋਲਾ, ਗੁਲਾਮ, ਚਰਨ ਸੇਵਕ। ਰਾਖਨਹਾਰ ਰਕਸ਼ਕ ਨੂੰ ਕਹਿੰਦੇ ਨੇ, ਜੋ ਰੱਖਿਆ ਕਰਨ ਦੇ ਸਮਰੱਥ ਹੈ। ਕਿਹਦੀ ਰੱਖਿਆ ਕਰਦਾ ਹੈ? ਜਿਹੜੇ ਗਰੀਬ ਬਣ ਜਾਣ ਉਹਦੇ ਦਰ ਦੇ, ਨਿਰਮਾਣ ਹੋ ਜਾਣ ਉਹਦੇ ਸਨਮੁਖ। ਜਿਵੇਂ ਜ਼ਫਰਨਾਮੇ ਵਿੱਚ ਕਲਗੀਧਰ ਕਹਿੰਦੇ ਨੇ ਨਾ, ਕਸੇ ਖਿਦਮਤ ਆਇਦ ਬਸੇ ਦਿਲੋ ਜਾਂ, ਖੁਦਾਵੰਦ ਬਖਸ਼ੀਦ ਬਰਵੈ ਅਮਾਨ। ਕਹਿੰਦੇ ਤੂੰ ਪਰਮਾਤਮਾ ਦੇ ਦਰ ਦਾ ਜਨ ਬਣ ਜਾ, ਸੇਵਕ ਬਣ ਜਾ, ਤੇਰੇ ਉੱਤੇ ਪਰਮਾਤਮਾ ਸੁੱਖਾਂ ਭਰੀ ਬਖਸ਼ਿਸ਼ ਕਰ ਦਵੇਗਾ। ਆਪਣੇ ਪਿਆਰਿਆਂ ਤੇ ਕਿਰਪਾ ਕਰਦਾ ਏ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਆਪਣੇ ਦਾਸ ਕੋ ਕੰਠ ਲਗਾਵੈ, ਨਿੰਦਕ ਕੋ ਅਗਨ ਮਹਿ ਪਾਵੈ। ਨਿੰਦਕਾਂ ਦਾ ਖੁਰਾ ਖੋਜ ਮਿਟਾਉਂਦਾ ਹੈ, ਸਾੜ ਕੇ ਸੁਆਹ ਕਰ ਦਿੰਦਾ ਹੈ, ਉਹਨਾਂ ਨੂੰ ਗਰਭ ਦੀ ਅਗਨ ਵਿੱਚ ਪਾ ਦਿੰਦਾ ਹੈ, ਵਿਕਾਰਾਂ ਵਿੱਚ ਪਾ ਦਿੰਦਾ ਹੈ, ਜੂਨਾਂ ਵਿੱਚ ਪਾ ਦਿੰਦਾ ਹੈ, ਤੇ ਆਪਣੇ ਪਿਆਰਿਆਂ ਨੂੰ ਕੰਠ ਲਾ ਕੇ ਰੱਖ ਲੈਂਦਾ ਹੈ। ਇਹ ਉਹਦਾ ਸੁਭਾਅ ਹੈ। ਸੋ ਦੇ ਦਰ ਤੇ ਨਿਰਮਾਣ ਹੋ ਕੇ ਰਿਹਾ ਕਰੀਏ। ਅੱਗੇ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਓ ਆਦ ਜੁਗਾਦ ਪ੍ਰਗਟ ਪ੍ਰਤਾਪ। ਆਦ ਪ੍ਰਥਮ, ਉਤਪਤੀ ਤੋਂ ਪਹਿਲਾਂ, ਮੁੱਢ, ਆਰੰਭ ਵਿੱਚ ਜੋ ਮੌਜੂਦ ਹੈ। ਜੁਗਾਦ ਕਹਿੰਦੇ ਨੇ 7 ਆਦ ਜੁਗਾਂ ਦਾ ਜਦੋਂ ਆਗਾਜ਼ ਹੋਇਆ, ਜਦੋਂ ਜੁਗਾਂ ਦੀ ਹੋਂਦ ਪ੍ਰਗਟ ਹੋਈ ਹੈ। ਅੱਗੇ ਪ੍ਰਗਟ ਲਫ਼ਜ਼ ਹੈ,
ਜ਼ਾਹਰ ਸਾ ਪ੍ਰਤੱਖ ਸਾਹਮਣੇ। ਫਿਰ ਪ੍ਰਤਾਪ ਲਫ਼ਜ਼ ਵਰਤਿਆ ਹੈ। ਇਕਬਾਲ ਨੂੰ ਕਹਿੰਦੇ ਨੇ, ਪ੍ਰਭਾਵ ਨੂੰ ਕਹਿੰਦੇ ਨੇ, ਵੀਰਤਾ ਨੂੰ ਕਹਿੰਦੇ ਨੇ, ਸ਼ਕਤੀ ਨੂੰ ਕਹਿੰਦੇ ਨੇ, ਅਜ਼ਮਤ ਨੂੰ ਕਹਿੰਦੇ ਨੇ। ਆਦ ਤੋਂ ਲੈ ਕੇ ਜੁਗਾਂ ਤਾਈਂ, ਜੁਗਾਂ ਤੋਂ ਲੈ ਕੇ ਅੱਜ ਤੀਕ ਅਸੀਂ ਰਹੀਏ ਜਾਂ ਨਾ ਰਹੀਏ, ਅਖੀਰ ਤੱਕ ਉਹਦਾ ਪ੍ਰਤਾਪ, ਉਹਦੀ ਸ਼ਕਤੀ ਰਹਿਣ ਵਾਲੀ ਹੈ, ਉਹਦਾ ਜ਼ੋਰ ਰਹਿਣ ਵਾਲਾ ਹੈ। ਕਲਗੀਧਰ ਕਹਿੰਦੇ ਨੇ ਅਨਖੰਡ ਅਤੁੱਲ ਪ੍ਰਤਾਪ, ਔਰ ਇੰਨਾ ਪ੍ਰਤਾਪ ਹੈ, ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ, ਤੋਲਿਆ ਨਹੀਂ ਤੁਲਦਾ। ਉਹ ਕੰਪੈਰੇਟਿਵਲੀ ਤੁਸੀਂ ਕਹਿ ਨਹੀਂ ਸਕਦੇ ਵੀ ਉਸ ਰਾਜੇ ਵਰਗੀ ਸ਼ਕਤੀ ਹੈ, ਇੰਨੀ ਤਾਕਤ ਹੈ। ਕਹਿੰਦੇ ਉਹਦੇ ਤੁਲ ਕੋਈ ਦੁਨੀਆ ਤੇ ਹੈ ਨਹੀਂ ਹੈ। ਸਗਲ ਭਵਨ ਪੂਰਨ ਪ੍ਰਤਾਪ, 14 ਚਾਰ ਕੁੰਟ ਪ੍ਰਭ ਆਪ। 14 ਕੁੰਟਾਂ ਵਿੱਚ, ਹਰ ਕੋਨੇ ਵਿੱਚ, ਹਰ ਦਿਸ਼ਾ ਦੇ ਵਿੱਚ ਉਹਦਾ ਪ੍ਰਤਾਪ ਹੈ, ਉਹਦੀ ਤਾਕਤ ਹੈ। ਫਿਰ ਉਹ ਆਪਣਾ ਪ੍ਰਤਾਪ, ਆਪਣੀ ਤਾਕਤ ਕਿਵੇਂ ਵਰਤਦਾ ਹੈ? ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਿੰਦਕ ਮੋਆ ਉਪਜ ਵੱਡ ਤਾਪ। ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਔਰ ਆਪਣੇ ਪ੍ਰਤਾਪ ਨਾਲ, ਸ਼ਕਤੀ ਨਾਲ ਨਿੰਦਕਾਂ ਨੂੰ, ਪਾਪੀਆਂ ਨੂੰ, ਦੁਰਾਚਾਰੀਆਂ ਨੂੰ ਮੁਕਾ ਦਿੰਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਤਾਪ ਤੋਂ ਭਾਵ ਹੈ ਤਪਣਾ, ਤਾਪ ਤੋਂ ਭਾਵ ਹੈ ਤਪਸ਼। ਸੰਤਾਪ ਉਹਨਾਂ ਨੂੰ ਤ੍ਰਿਸ਼ਨਾ ਵਿੱਚ ਸਾੜਦਾ ਹੈ, ਵਿਕਾਰਾਂ ਵਿੱਚ ਸਾੜਦਾ ਹੈ, ਈਰਖਾ ਵਿੱਚ ਸਾੜਦਾ ਹੈ, ਗਰਭ ਅਗਨ ਵਿੱਚ ਸਾੜਦਾ ਹੈ, ਪ੍ਰਤੱਖ ਅੱਗ ਵਿੱਚ ਜਲਾ ਕੇ ਰਾਖ ਕਰ ਦਿੰਦਾ ਹੈ ਜਿਹੜੇ ਉਹਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ। ਨਿੰਦਾ ਕੀ ਹੈ? ਗੁਣਾਂ ਨੂੰ ਵੀ ਦੋਸ਼ ਕਹਿ ਦੇਣਾ, ਫੁੱਲਾਂ ਨੂੰ ਕੰਡੇ ਕਹਿ ਦੇਣਾ। ਕੰਡਿਆਂ ਨੂੰ ਕੰਡੇ ਕਿਹਾ, ਇਹ ਜਾਇਜ਼ ਹੈ, ਪਰ ਤੂੰ ਕਿਸੇ ਦੇ ਗੁਣਾਂ ਨੂੰ ਔਗਣ ਕਹਿ ਰਿਹਾ ਹੈ, ਇਹ ਨਿੰਦਾ ਹੋ ਜਾਂਦੀ ਹੈ। ਹੁਣ ਇੱਥੇ ਇੱਕ ਇਸ਼ਾਰਾ ਬਾਹਰਮੁਖੀ ਤੌਰ ਤੇ ਸੁਲੀ ਖਾਨ ਵੱਲ ਵੀ ਹੈ, ਜੋ ਤਪ ਕੇ ਮਰਿਆ, ਜੋ ਸੜ ਕੇ ਮਰਿਆ, ਜੋ ਤਪਸ਼ ਵਿੱਚ ਮਰਿਆ ਹੈ। ਗੁਰੂ ਅਰਜਨ ਸਾਹਿਬ ਦੇ ਭਰਾਤਾ ਬਾਬਾ ਪ੍ਰਿਥਵੀ ਚੰਦ ਜੀ, ਜੋ ਦਾਵਾ ਕਰਦੇ ਨੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਤਖਤ ਦੇ ਉਹ ਮਾਲਕ ਨੇ, ਉਹ ਵੱਡੇ ਨੇ ਗੁਰੂ ਅਰਜਨ ਸਾਹਿਬ ਨੂੰ। ਦੇਖੋ ਦੁਨੀਆ ਵਿੱਚ ਇਹ ਹੁੰਦਾ ਹੈ ਵੀ ਪਿਤਾ ਦੀ ਦਸਤਾਰ ਵੱਡੇ ਪੁੱਤਰ ਨੂੰ ਮਿਲਦੀ ਹੈ, ਪਰ ਇਹ ਦੁਨਿਆਵੀ ਤਖਤ ਨਹੀਂ ਹੈ ਗੁਰਤਾ ਦਾ ਤਖਤ, ਇਹ ਖੁਦ ਖੁਦਾ ਦਾ ਤਖਤ ਹੈ। ਔਰ ਇਹ ਤਖਤ ਤੇ ਉਹ ਬੈਠੇਗਾ ਜੋ ਖੁਦਾ ਦਾ ਸਰਗੁਣ ਸਰੂਪ ਹੈ, ਜੋ ਦੁਨੀਆ ਦੇ ਲੋਕਾਈ ਦੇ ਭਲੇ ਹਿੱਤ ਦੁਨੀਆ ਤੇ ਪ੍ਰਗਟ ਹੈ ਔਰ ਸੇਵਾ ਸਿਮਰਨ ਦਾ ਪੁੰਜ ਹੈ, ਜਿਹਦੇ ਤੇ ਪਰਮੇਸ਼ਵਰ ਦੀ ਕਿਰਪਾ ਹੈ। ਪਰ ਪ੍ਰਿਥਵੀ ਚੰਦ ਜੀ ਦੁਨਿਆਵੀ ਤਖਤਾਂ ਵਾਂਗੂ ਧੱਕੋ ਜ਼ੋਰੀ ਤਖਤ ਮੱਲਣਾ ਚਾਹੁੰਦੇ ਨੇ। ਇੱਕ ਸੁਲਹੀ ਖਾਨ ਹੋਇਆ ਹੈ, ਬਾਦਸ਼ਾਹ ਜਹਾਂਗੀਰ ਦਾ ਅਹਿਲਕਾਰ ਸੀ, ਉਹ ਮਿੱਤਰ ਸੀ ਬਾਬੇ ਪ੍ਰਿਥਵੀ ਚੰਦ ਦਾ, ਕਲੇਸ਼ ਕਰਦਾ ਸੀ ਗੁਰੂ ਅਰਜਨ ਸਾਹਿਬ ਦੇ ਨਾਲ। ਉਹ ਫੌਜ ਲੈ ਕੇ ਆਇਆ, ਗੁਰੂ ਅਰਜਨ ਸਾਹਿਬ ਨੂੰ ਮਿਟਾਉਣਾ ਚਾਹੁੰਦਾ ਹੈ। ਮਹਾਰਾਜ ਨੂੰ ਖਬਰ ਹੋ ਗਈ, ਸੁਲਹੀ ਖਾਨ ਮਹਾਰਾਜ ਤੁਹਾਨੂੰ ਖਤਮ ਕਰਨ ਆ ਰਿਹਾ ਹੈ। ਆਪਣੇ ਨਿਰਗੁਣ ਸਰੂਪ ਨੂੰ ਪਾਤਸ਼ਾਹ ਇੱਕ ਬੇਨਤੀ ਕਰਦੇ ਨੇ ਪਰਮੇਸ਼ਵਰ ਨੂੰ। ਪਤਾ ਕੀ ਕਹਿੰਦੇ? ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਮਹਾਰਾਜ ਕਹਿੰਦੇ, ਐ ਪਰਮੇਸ਼ਵਰ, ਤੇਰੇ ਪਿਆਰਿਆਂ ਦਾ ਦੁਸ਼ਮਣ ਆ ਰਿਹਾ ਹੈ, ਨਾਪਾਕ ਉਹਦੇ ਇਰਾਦੇ ਨੇ, ਨਾਪਾਕ ਹੋ ਕੇ ਹੀ ਮਰਨਾ ਚਾਹੀਦਾ ਹੈ। ਗਲੂਏ ਚੋਂ ਬੋਲ ਨਿਕਲ ਗਏ, ਬਚਨ ਨਿਕਲ ਗਏ। ਅੱਗੇ ਮਹਾਰਾਜ ਕਹਿੰਦੇ ਨੇ, ਕਾੜ ਕੁਠਾਰ ਖਸਮ ਸਿਰ ਘਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨ ਰਹਿਓ, ਛੋੜ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ।
ਇਹ ਪੇਸ਼ੇਨ ਗੋਈ ਸੀ, ਭਵਿੱਖਬਾਣੀ ਸੀ। ਇਸ ਅਖੀਰਲੀ ਪੰਕਤੀ ਤੋਂ ਸਮਝ ਪੈਂਦੀ ਹੈ। ਸੁਲੀ ਖਾਂ ਚੜ੍ਹ ਕੇ ਆਉਂਦਾ ਹੈ। ਬਾਬੇ ਪ੍ਰਿਥਵੀ ਚੰਦ ਦਾ ਇੱਕ ਭੱਠਾ ਹੈ, ਤੇ ਜਿਵੇਂ ਆਦਤ ਹੁੰਦੀ ਹੈ ਨਾ ਅਮੀਰਜ਼ਾਦੇ ਨੂੰ, ਵੀ ਆਓ ਤੁਹਾਨੂੰ ਆਪਣਾ ਕਾਰੋਬਾਰ ਦਿਖਾਵਾਂ, ਤੁਹਾਨੂੰ ਆਪਣਾ ਸ਼ੋਰੂਮ ਵਿਖਾਵਾਂ, ਫੈਕਟਰੀਆਂ ਵਿਖਾਵਾਂ। ਇਹ ਬਾਬਾ ਪ੍ਰਿਥਵੀ ਚੰਦ ਕਹਿੰਦਾ ਹੈ ਸੁਲੀ ਖਾਂ ਨੂੰ, ਆ ਤੈਨੂੰ ਭੱਠੇ ਪੁੱਠੇ ਵਿਖਾਈਏ ਆਪਣੇ। ਉਹ ਹੰਕਾਰੀ ਬੰਦਾ 2 ਕਦਮ ਪੁੱਟਣ ਦੀ ਬਜਾਏ ਘੋੜੇ ਤੇ ਹੀ ਚੜ੍ਹਿਆ ਰਿਹਾ, ਤੇ ਭੱਠੇ ਦੇ ਆਵੇ ਤੇ ਸਿੱਧਾ ਘੋੜਾ ਚੜਾ ਦਿੱਤਾ ਭੱਠਾ ਵੇਖਣ ਦੇ ਲਈ। ਆਵੇ ਦੀ ਛੱਤ ਨੇ ਘੋੜੇ ਦਾ ਭਾਰ ਨਾ ਸਹਾਰਿਆ, ਇੱਟਾਂ ਖਿਸਕ ਗਈਆਂ, ਸਣੇ ਘੋੜਾ ਤਪਦੇ ਹੋਏ ਆਵੇ ਵਿੱਚ ਅਗਨ ਵਿੱਚ ਡਿੱਗ ਪਿਆ। ਉਹ ਜਿਹੜੀ ਕਟਾਰ ਫੜੀ ਸੀ ਨਾ ਹੱਥ ਵਿੱਚ ਵੀ ਗੁਰੂ ਅਰਜਨ ਸਾਹਿਬ ਦਾ ਸਿਰ ਲਾਉਣਾ ਹੈ, ਉਹ ਆਪਣੀ ਧੌਣ ਤੇ ਹੀ ਫਿਰਦੀ ਹੈ। ਅੱਗ ਵਿੱਚ ਸੜ ਕੇ ਮਰ ਗਿਆ। ਜਿਨ੍ਹਾਂ ਪੁੱਤਰਾਂ ਤੇ ਮਾਣ ਕਰਦਾ ਸੀ, ਸਿਪਾਹੀਆਂ ਤੇ ਮਾਣ ਕਰਦਾ ਸੀ, ਹੱਥ ਮਲਦੇ ਰਹਿ ਗਏ, ਅੱਖਾਂ ਦੇ ਸਾਵੇਂ ਜਲ ਕੇ ਰਾਖ ਹੋ ਗਿਆ। ਕੋਈ ਕੰਮ ਨਾ ਆਇਆ ਇਹਦੇ। ਨਾਪਾਕ ਹੋ ਕੇ ਮਰੇ ਤੋਂ ਭਾਵ ਹੈ, ਇਸਲਾਮ ਜਗਤ ਕਹਿੰਦਾ ਹੈ ਵੀ ਜਿਹਨੂੰ ਅਗਨ ਵਿੱਚ ਪਾ ਦਿੱਤਾ ਜਾਵੇ, ਜਿਸ ਨੂੰ ਸਾੜ ਦਿੱਤਾ ਜਾਵੇ, ਉਹ ਨਾਪਾਕ ਹੈ। ਤਾਂ ਹੀ ਕਬਰ ਵਿੱਚ ਇਹ ਦੱਬਦੇ ਨੇ ਮੁਰਦੇ ਨੂੰ। ਮਹਾਰਾਜ ਕਹਿੰਦੇ ਫਿਰ ਇਸਲਾਮ ਜਗਤ ਜੋ ਕਹਿੰਦਾ ਹੈ ਨਾ ਵੀ ਅਗਨ ਵਿੱਚ ਸਾੜਨਾ ਇਹ ਠੀਕ ਨਹੀਂ, ਜਾਂ ਜਿਸ ਨੂੰ ਮੋਏ ਨੂੰ ਅਗਨ ਵਿੱਚ ਸਾੜ ਦਿੱਤਾ ਜਾਵੇ ਉਹ ਨਾਪਾਕ ਹੋ ਜਾਂਦਾ ਹੈ। ਕਹਿੰਦੇ ਫਿਰ ਉਹਨਾਂ ਦੇ ਹਿਸਾਬ ਨਾਲ ਤੇ ਨਾਪਾਕ ਹੋ ਕੇ ਹੀ ਮਰਿਆ ਹੈ। ਇਹ ਬੋਲ ਕਹੇ ਨੇ। ਉਧਰੋਂ ਸੁਨੇਹਾ ਆ ਗਿਆ ਵੀ ਮਹਾਰਾਜ ਸੁਲਹੀ ਖਾਂ ਸੜ ਕੇ ਮਰ ਗਿਆ। ਤੇ ਬਾਪੂ ਖੇੜੇ ਵਿੱਚ ਆਇਆ ਖੁਸ਼ ਹੋ ਕੇ, ਕਹਿੰਦਾ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ। ਕਹਿੰਦੇ ਮੈਂ ਉਹਦੇ ਪਿਆਰੇ ਜਨ ਨੇ ਇਹ ਗਲੂਏ ਚੋਂ ਵਾਕ ਕੱਢਿਆ ਸੀ ਵੀ ਨਾਪਾਕ ਇਰਾਦਿਆਂ ਵਾਲਾ ਸੁਲਹੀ ਤਪ ਕੇ ਮਰੇਗਾ, ਸੜ ਕੇ ਮਰੇਗਾ। ਬਲਹਾਰੇ ਜਾਵਾਂ ਉਸ ਖੁਦਾਇਆ ਤੋਂ, ਨਿਰਗੁਣ ਖੁਦਾ ਤੋਂ, ਜਿਸ ਨੇ ਮੇਰੇ ਵਾਕ ਨੂੰ ਪੂਰਾ ਕੀਤਾ ਹੈ ਤੇ ਸੁਲੀ ਖਾਂ ਨੂੰ ਤਪਾ ਕੇ ਮਾਰਿਆ ਹੈ। ਭਵਿੱਖਬਾਣੀ ਮਹਾਰਾਜ ਦੀ ਪੂਰੀ ਹੋਈ ਸੀ। ਇਉਂ ਜਿਹੜੇ ਦੋਸ਼ੀ ਨੇ ਨਾ ਸਤਪੁਰਸ਼ਾਂ ਦੇ, ਉਹਨਾਂ ਨੂੰ ਤਪਾ ਕੇ ਮਾਰਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਬਾਣੀ ਕਹਿੰਦੀ ਹੈ ਰਹਿੰਦੇ ਖੋਹਦੇ ਨਿੰਦਕ ਮਾਰਿਅਨ ਕਰ ਆਪੇ ਆਹਰ, ਸੰਤ ਸਹਾਈ ਨਾਨਕਾ ਵਰਤੇ ਸਭ ਜ਼ਾਹਰ। ਨਿੰਦਕਾਂ ਨੂੰ ਮਾਰਦਾ ਹੈ ਤੇ ਸਤਪੁਰਸ਼ਾਂ ਦੀ ਰੱਖਿਆ ਕਰਦਾ ਹੈ। ਹੀ ਇਜ਼ ਪ੍ਰੀਵੇਡਿੰਗ ਐਵਰੀਵੇਅਰ। ਉਹ ਹਰ ਜ਼ਰੇ ਵਿੱਚ ਸਮਾਇਆ ਹੈ। ਹੀ ਆਲਵੇਜ਼ ਸਪੋਰਟ ਦਾ ਸੇਂਟਸ। ਆਪਣੇ ਪਿਆਰਿਆਂ ਦੀ ਸਪੋਰਟ ਕਰਦਾ ਹੈ, ਰੱਖਿਆ ਕਰਦਾ ਹੈ, ਹਿਫਾਜ਼ਤ ਕਰਦਾ ਹੈ, ਪਾਪੀਆਂ ਨੂੰ ਗਾਲ ਕੇ ਸੁੱਟ ਦਿੰਦਾ ਹੈ। ਅੱਗੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤਿੰਨ ਮਾਰਿਆ ਜੇ ਰੱਖੈ ਨਾ ਕੋਏ। ਜਿਸ ਨੂੰ ਪਰਮਾਤਮਾ ਮਾਰਦਾ ਹੈ ਨਾ, ਉਹਨੂੰ ਕੋਈ ਰੱਖਣ ਵਾਲਾ ਪੈਦਾ ਨਹੀਂ ਹੋਇਆ। ਉਸ ਨੂੰ ਕੋਈ ਬਚਾ ਨਹੀਂ ਸਕਦਾ, ਉਹਦੀ ਕੋਈ ਹਿਫਾਜ਼ਤ ਨਹੀਂ ਕਰ ਸਕਦਾ, ਰਖਵਾਲੀ ਨਹੀਂ ਕਰ ਸਕਦਾ ਜਿਹਨੂੰ ਪਰਮਾਤਮਾ ਮਾਰਦਾ ਹੈ। ਸੱਚ ਹੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ, ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਪਖੈ। ਜਿਹਨੂੰ ਸੱਚਾ ਸਾਹਿਬ ਮਾਰੇ ਉਹਨੂੰ ਰੱਖਣ ਵਾਲਾ ਕਿਹੜਾ ਹੈ। ਨਿੰਦਕਾਂ ਨੂੰ ਨਿੰਦਾ ਦੀ ਅਗਨ ਵਿੱਚ ਜਲਾ ਕੇ ਮਾਰ ਦਿੰਦਾ ਹੈ, ਈਰਖਾ ਦੀ ਚਿੰਤਾ ਦੀ ਅੱਗ ਵਿੱਚ ਜਲਾ ਕੇ ਮਾਰ ਦਿੰਦਾ ਹੈ, ਪ੍ਰਤੱਖ ਸੁਲਹੀ ਵਾਂਗੂ ਜਲਾ ਕੇ ਮਾਰ ਦਿੰਦਾ ਹੈ। ਇੱਥੇ ਲਫ਼ਜ਼ ਹੈ ਪਖੈ। ਜਿਹੜੇ ਨਿੰਦਾ ਕਰਦੇ ਨੇ ਨਾ, ਉਹ 84 ਲੱਖ ਜੂਨਾਂ ਵਿੱਚ ਤਪਦੇ ਰਹਿੰਦੇ ਨੇ, ਭਖਦੇ ਰਹਿੰਦੇ ਨੇ, ਗਰਭ ਦੀ ਅੱਗ ਵਿੱਚ ਉਹ ਸੜਦੇ ਰਹਿੰਦੇ ਨੇ। ਕੋਈ ਨਹੀਂ ਰੱਖ ਸਕਦਾ ਉਹਨਾਂ ਨੂੰ। ਰੱਖਣ ਵਾਲਾ ਇੱਕ ਪਰਮੇਸ਼ਵਰ ਹੈ, ਜਿਸ ਨੂੰ ਉਹ ਆਪ ਹੀ ਮਾਰੇ ਉਹਨੂੰ ਕੌਣ ਬਚਾਵੇਗਾ। ਜੀਆਂ ਮਾਰ ਜਿਵਾਲੇ ਸੋਈ, ਅਵਰ ਨਾ ਕੋਈ ਰੱਖੈ। ਇੱਕ ਪਰਮਾਤਮਾ
ਸਵਾਸ ਬਖਸ਼ ਕੇ ਸੁਰਜੀਤ ਕਰ ਸਕਦਾ ਹੈ, ਦੂਸਰਾ ਕੋਈ ਨਹੀਂ। ਤੇ ਜਿਹਨੂੰ ਆਪ ਹੀ ਮਾਰਨ ਤੇ ਤੁਲ ਜਾਵੇ ਉਹਨੂੰ ਕੋਈ ਨਹੀਂ ਬਚਾ ਸਕਦਾ। ਸੋ ਨਿੰਦਕਾਂ ਨੂੰ ਉਹ ਆਪ ਮਾਰਦਾ ਹੈ। ਕੌਣ ਰੱਖੇਗਾ ਨਿੰਦਕਾਂ ਨੂੰ? ਕਹਿੰਦੇ ਕੋਈ ਨਹੀਂ ਰੱਖ ਸਕਦਾ। ਅੱਗੇ ਮਹਾਰਾਜ ਕਹਿੰਦੇ ਨੇ, ਆਗੈ ਪਾਸ਼ੈ ਮੰਦੀ ਸੋਏ। ਜਿਹੜੇ ਨਿੰਦਕ ਨੇ ਨਾ, ਜਿਹੜੇ ਪਾਪ ਕਰਤਾ ਨੇ, ਕੁਫਰ ਤੋਲਣ ਵਾਲੇ ਨੇ, ਉਹਨਾਂ ਦੀ ਦੁਨੀਆ ਦੇ ਵਿੱਚ ਜਿਹੜੀ ਸੋਏ ਹੈ, ਜਿਹੜੀ ਸ਼ੋਹਰਤ ਹੈ, ਚਰਚਾ ਹੈ, ਉਹ ਮੰਦੀ ਹੈ। ਭਾਵ ਉਹਨਾਂ ਦੀ ਦੁਨੀਆ ਤੇ ਬਦਖੋਈ ਹੁੰਦੀ ਹੈ। ਨਿੰਦਕ ਨੂੰ ਕੋਈ ਚੰਗਾ ਨਹੀਂ ਕਹਿੰਦਾ, ਨਿੰਦਕ ਨੂੰ ਕੋਈ ਭਲਾ ਨਹੀਂ ਕਹਿੰਦਾ। ਉਹਨਾਂ ਨੂੰ ਮੰਦਾ ਹੀ ਆਖਿਆ ਜਾਂਦਾ ਹੈ, ਬੁਰਾ ਹੀ ਆਖਿਆ ਜਾਂਦਾ ਹੈ, ਨੀਚ ਹੀ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਨਾ, ਸੱਚ ਸੁਹਾਵਾ ਕਾਢੀਐ, ਕੂੜੈ ਕੂੜੀ ਸੋਏ। ਸੱਚੇ ਦੀ ਸੋਭਾ ਸੱਚੀ, ਤੇ ਕੂੜਿਆਂ ਦੀ, ਨਿੰਦਕਾਂ ਦੀ ਕੂੜੀ ਸੋਏ ਹੈ, ਕੂੜੀ ਸੋਭਾ ਹੈ। ਉਹਨਾਂ ਦੀ ਜਿਹੜੀ ਰੈਪੂਟੇਸ਼ਨ ਹੈ ਨਾ, ਉਹ ਬੜੀ ਬੁਰੀ ਹੈ। ਉਹਨਾਂ ਨੂੰ ਲੋਕ ਲਾਹਨਤਾਂ ਪਾਉਂਦੇ ਨੇ। ਨਾਨਕ ਵਿਰਲੇ ਜਾਣੀ ਹੈ ਜਿਨ ਸੱਚ ਪੱਲੇ ਹੋਏ। ਜਿਹੜੇ ਸਚਿਆਰ ਨੇ ਉਹਨਾਂ ਦੀ ਵਡਿਆਈ ਹੈ, ਉਹ ਬੜੇ ਵਿਰਲੇ ਹੁੰਦੇ ਨੇ। ਧੰਨ ਧੰਨ ਕਹੈ ਸਭ ਕੋਏ, ਮੁਖ ਊਜਲ ਹਰ ਦਰਗਹਿ ਸੋਏ। ਸੱਚ ਦੇ ਧਾਰਨੀਆਂ ਦੀ ਇੱਥੇ ਵੀ ਜੈ ਜੈਕਾਰ, ਪਰਲੋਕ ਵਿੱਚ ਵੀ ਜੈ ਜੈਕਾਰ। ਉਹਨਾਂ ਦੀ ਨਿਰਮਲ ਸੋਏ ਹੈ, ਨਿਰਮਲ ਸੋਭਾ ਹੈ। ਤੇ ਨਿੰਦਕਾਂ ਦੀ ਮੰਦੀ ਸੋਏ ਹੈ। ਨਿੰਦਕਾਂ ਨੂੰ ਲੋਕ ਲਾਹਨਤਾਂ ਹੀ ਪਾਉਂਦੇ ਨੇ। ਅੱਗੇ ਮਹਾਰਾਜ ਕਹਿੰਦੇ ਨੇ, ਆਪਣੇ ਦਾਸ ਰਾਖੈ ਕੰਠ ਲਾਏ। ਜਿਹੜੇ ਪਰਮਾਤਮਾ ਦੇ ਦਾਸ ਨੇ, ਸੇਵਕ ਨੇ, ਆਪਣੇ ਤਨ ਮਨ ਧਨ ਦੀ ਭੇਟਾ ਉਹਦੇ ਦਰ ਤੇ ਅਰਪਣ ਕਰਨ ਵਾਲੇ ਨੇ, ਉਹਦੇ ਜਿਹੜੇ ਸੇਵਾਦਾਰ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਕੰਠ ਨਾਲ ਲਾ ਕੇ ਰੱਖਦਾ ਹੈ। ਕੰਠ ਗਲੇ ਨੂੰ ਕਹਿ ਦਿੰਦੇ ਨੇ, ਗਰੀਵਾ ਨੂੰ, ਗਰਦਨ ਨੂੰ। ਉਹਨਾਂ ਨੂੰ ਗਲਵਕੜੀ ਵਿੱਚ ਲੈ ਕੇ ਰੱਖਦਾ ਹੈ। ਮਹਾਰਾਜ ਬਾਣੀ ਦੇ ਵਿੱਚ ਇਹ ਵੀ ਕਹਿੰਦੇ ਨੇ, ਹਰ ਹਰ ਕਥਾ ਸਦਾ ਜਪ ਜਪਨਾ, ਬਾਹਾਂ ਪਕੜ ਲੀਨੋ ਕਰ ਆਪਣਾ। ਦਾਸ ਕਿਹਨੂੰ ਬਣਾਉਂਦਾ ਹੈ? ਜਿਹੜੇ ਉਹਦੇ ਗੀਤ ਗਾਉਂਦੇ ਨੇ, ਜਿਨ੍ਹਾਂ ਦੀ ਕਥਨੀ ਵਿੱਚ ਕੇਵਲ ਅਕਾਲ ਪੁਰਖ ਦੇ ਬੋਲ ਹੁੰਦੇ ਨੇ, ਉਹਦੀ ਵਡਿਆਈ, ਉਹਦੀ ਕੀਰਤੀ ਹੁੰਦੀ ਹੈ। ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ। ਤੇ ਜਿਹੜੇ ਉਹਦੇ ਫਿਰ ਦਾਸ ਬਣ ਜਾਂਦੇ ਨੇ, ਆਪਣੇ ਦਾਸ ਕੋ ਕੰਠ ਲਾਏ ਰਾਖੈ, ਜਿਉ ਬਾਰਕ ਪਿਤ ਮਾਤਾ। ਹੁਣ ਮਾਂ ਦਾ ਇੱਕ ਸੁਭਾਅ ਹੈ, ਬੱਚੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀ। ਆਪ ਦੁੱਖ ਸਹਾਰ ਲਵੇਗੀ, ਆਪਣੇ ਲਖਤੇ ਜਿਗਰ ਨੂੰ ਦੁੱਖ ਨਹੀਂ ਛੋਹਣ ਦਿੰਦੀ। ਉਹਨੂੰ ਗਲ ਨਾਲ ਲਾ ਕੇ ਰੱਖਦੀ ਹੈ। ਮਾਂ ਦਾ ਇਹ ਬਿਰਧ ਹੈ, ਮਾਂ ਦਾ ਇਹ ਸੁਭਾਅ ਹੈ। ਬਚੜੇ ਨਾਲ ਪ੍ਰੇਮ ਬੜਾ ਕਰਦੀ ਹੈ। ਪਰਮਾਤਮਾ ਨੂੰ ਦਾਸ ਏਦਾਂ ਪਿਆਰੇ ਨੇ ਜਿਵੇਂ ਮਾਂ ਨੂੰ ਬਾਲ ਪਿਆਰੇ ਨੇ। ਉਹਦੀ ਸ਼ਰਨ ਰਹਿਣ ਵਾਲੇ ਨੂੰ ਦੁੱਖ ਨਹੀਂ ਛੂੰਹਦਾ। ਜੇ ਦੇਵਨੇਤ ਨਾਲ ਦੁੱਖ ਆ ਵੀ ਜਾਵੇ ਜੀਵਨ ਵਿੱਚ, ਤੇ ਉਹਦਾ ਦੁੱਖ ਸੂਲੀ ਜਿੱਡਾ ਹੋਵੇ, ਇੱਕ ਕੰਡਾ ਬਣ ਕੇ ਰਹਿ ਜਾਂਦਾ ਹੈ, ਰੰਚਕ ਮਾਤਰ ਹੋ ਨਿਬੜਦਾ ਹੈ। ਸੋ ਖੁਦਾ ਦੇ ਬੰਦੇ ਬਣ ਕੇ ਰਹੀਏ, ਖੁਦਾ ਦੇ ਦਾਸ ਬਣ ਕੇ ਰਹੀਏ, ਤੱਤੀ ਵਾਹ ਨਹੀਂ ਲੱਗਣ ਦਿੰਦਾ। ਭਾਈ ਸਾਹਿਬ ਭਾਈ ਨੰਦ ਲਾਲ ਦੀ ਗਜ਼ਲ ਹੈ, ਫਾਰਸੀ ਦੇ ਬੋਲ ਨੇ, ਮਨ ਨਾ ਦਾਨਮ ਕੇ ਕੁਦਾਮਮ, ਕਿਹੇ ਕੁਦਾਮਮ ਕੇ ਕੁਦਾਮ, ਮੰਦਾਏ ਊਅਮ ਵਾ ਊ ਹਾਫਸੇ ਮਨ ਦਰਹਮਾ ਹਾਲ। ਉਹ ਮਹਾਪੁਰਸ਼ ਕਹਿੰਦਾ ਹੈ, ਮਨ ਭਾਵ ਮੈਂ, ਦਾਨਮ ਕਹਿੰਦੇ ਨੇ ਜਾਣਦਾ ਹਾਂ, ਕੁਦਾਮਮ ਮੈਂ ਕੌਣ ਹਾਂ, ਕਿਹ ਦਾ ਮਤਲਬ ਹੈ ਜੋ। ਕਹਿੰਦੇ ਮੈਂ ਕੀ ਜਾਣਦਾ ਹਾਂ ਕਿ ਮੈਂ ਕੌਣ ਹਾਂ, ਭਾਵ ਕੁਝ ਵੀ ਨਹੀਂ, ਮੇਰੀ ਕੋਈ ਵੀ ਹਸਤੀ ਨਹੀਂ ਹੈ। ਬਸ ਇੰਨਾ ਕੁ ਮੈਂ ਜ਼ਰੂਰ ਜਾਣਦਾ ਹਾਂ, ਮੈਂ ਬੰਦਾ ਹਾਂ, ਭਾਵ ਗੁਲਾਮ।
ਸੇਵਕ ਊਮ ਉਸ ਦਾ। ਸਿੱਖਾਂ ਪੁੱਛਿਆ ਕਿਹਦੇ ਬੰਦੇ ਹੋ, ਕਿਹਦੇ ਗੁਲਾਮ ਹੋ? ਖੁਦ ਖੁਦਾ ਦਾ, ਗੁਰੂ ਗੋਬਿੰਦ ਸਿੰਘ ਦਾ। ਮੈਂ ਉਹਦੇ ਦਰ ਦਾ ਗੁਲਾਮ ਹਾਂ, ਮੈਂ ਉਹਦਾ ਦਰ ਛੱਡ ਕੇ ਕਿਧਰੇ ਨਹੀਂ ਜਾਂਦਾ। ਕਾਰਨ ਕੀ ਹੈ? ਉਹ ਹਾਫਿਜ਼ ਹੈ, ਉਹ ਰਾਖਾ ਹੈ, ਉਹ ਰੱਖਿਆ ਕਰਨ ਵਾਲਾ ਹੈ, ਉਹ ਆਪਣੇ ਬੰਦਿਆਂ ਨੂੰ ਰੱਖ ਲੈਂਦਾ ਹੈ, ਸ਼ਰਨ ਵਿੱਚ ਆਇਆਂ ਨੂੰ ਸੀਨੇ ਨਾਲ ਲਾ ਲੈਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਮ ਕੀ ਹੈ ਉਹਦਾ? ਮਾਧੋ ਦਾਸ ਬੈਰਾਗੀ। ਲਕਸ਼ਮਣ ਦਾਸ ਵੀ ਨਾਮ ਰਿਹਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਗਏ, ਇਹਦੇ ਡੇਰੇ ਤੇ ਪਹੁੰਚੇ, ਕਰਾਮਾਤ ਵਿਖਾਈ। ਤੇ ਕਰਾਮਾਤ ਕੀ ਦਿਖਾਉਂਦਾ ਸੀ? ਇੱਕ ਆਸਣ ਲੱਗਾ ਸੀ, ਜਿਹੜਾ ਇਹਦੇ ਆਸਣ ਤੇ ਬਹਿ ਜਾਂਦਾ ਸੀ ਆਪਣੀ ਅਜ਼ਮਤ ਨਾਲ, ਤਾਕਤ ਨਾਲ ਆਸਣ ਨੂੰ ਉਲਟਾ ਦਿੰਦਾ ਸੀ, ਆਸਣ ਨੂੰ ਪੁੱਠਾ ਕਰ ਦਿੰਦਾ ਸੀ, ਸਾਧੂਆਂ ਫਕੀਰਾਂ ਦੀ ਤੌਹੀਨ ਕਰਦਾ ਸੀ ਕਰਾਮਾਤ ਦੇ ਨਾਲ। ਕਰਾਮਾਤ ਤੇ ਸੀ ਜਿਹੜਾ ਚੌਂਕੜਾ ਲਾ ਕੇ ਰੱਬ ਦੇ ਗੀਤ ਗਾਵੇ ਉਹਨੂੰ ਮਿਲ ਜਾਂਦੀ ਏ। ਅਸ਼ਟ ਸਿੱਧ ਨਾਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ, ਆਲ ਦਾ ਮਿਰਾਕੂਲਸ ਪਾਵਰਸ। ਇਹ ਉਹਦੇ ਪਾਸ ਆ ਜਾਂਦੀਆਂ ਨੇ ਜਿਹਦੇ ਕੋਲ ਨਾਮ ਹੈ, ਜਿਹਦੇ ਕੋਲ ਉਹਦੇ ਕਰਨ ਨਾਮ ਨੇ, ਜਿਹੜਾ ਉਸ ਪਰਮੇਸ਼ਵਰ ਦੇ ਗੀਤ ਗਾਉਂਦਾ ਹੈ। ਸਿੱਧੀਆਂ ਉਹਦੇ ਕੋਲ ਆ ਜਾਂਦੀਆਂ ਨੇ। ਕਲਗੀਧਰ ਬੈਠੇ ਤਖਤ ਤੇ, ਆਸਣ ਤੇ, ਕਰਾਮਾਤ ਵਿਖਾਈ ਇਸ ਵੈਰਾਗੀ ਨੇ। ਉਹ ਰੰਚਕ ਮਾਤਰ ਵੀ ਪਲੰਗਾ ਨਾ ਹਿੱਲਿਆ, ਕਿਉਂਕਿ ਅੱਜ ਤੱਕ ਜਿੰਨਿਆਂ ਨੂੰ ਅਜ਼ਮਤ ਵਿਖਾਈ ਸੀ ਨਾ, ਉਹ ਇਹਦੇ ਨਾਲੋਂ ਅਜ਼ਮਤਾਂ ਵਿੱਚ ਊਣੇ ਸਨ। ਅੱਜ ਜਿਹਦੇ ਸਾਵੇਂ ਇਹ ਉਛਲ ਰਿਹਾ ਹੈ ਇੱਕ ਨਦੀ ਹੋ ਕੇ, ਉਹ ਸਾਗਰ ਹੈ, ਉਹ ਖੁਦਾਇਆ ਦਾ ਰੂਪ ਹੈ, ਪਰਮੇਸ਼ਵਰ ਦਾ ਸਰੂਪ ਹੈ। ਉਹ ਗੁਰੂ ਨਾਨਕ ਦਾ 10ਵਾਂ ਰੂਪ ਹੈ, ਜਿਸ ਗੁਰੂ ਨਾਨਕ ਨੂੰ ਬਾਣੀ ਕਹਿੰਦੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਉਹ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਹੀ ਪਲਟੀ ਹੈ। ਗੁਰੂ ਨਾਨਕ ਦੀ ਕਾਇਆ ਫਕੀਰਾਂ ਵਾਲੀ, ਕਲਗੀਧਰ ਪਾਤਸ਼ਾਹ ਦੀ ਕਾਇਆ ਬਾਦਸ਼ਾਹਾਂ ਵਾਲੀ। ਸ਼ਕਤੀ ਉਹੀ, ਅਜ਼ਮਤ ਉਹੀ ਹੈ। ਅੱਜ ਕਰਾਮਾਤ ਨਾ ਚੱਲੀ ਬੈਰਾਗੀ ਦੀ। ਜਦੋਂ ਕਰਾਮਾਤ ਨਾ ਚੱਲੀ ਤੇ ਚਰਨਾਂ ਵਿੱਚ ਬਹਿ ਗਿਆ। ਮਹਾਰਾਜ ਨੂੰ ਕਹਿੰਦਾ ਤੁਸੀਂ ਕੌਣ ਹੋ? ਕਹਿੰਦੇ ਤੂੰ ਪਹਿਚਾਣ। ਕਹਿੰਦਾ ਨਹੀਂ ਮਹਾਰਾਜ, ਮੈਂ ਪਹਿਚਾਣ ਨਹੀਂ ਸਕਿਆ। ਤੇ ਕਹਿੰਦੇ ਜਿਸ ਨੂੰ ਚੌਂਕੜਾ ਲਾ ਕੇ ਯਾਦ ਕਰਦਾ ਹੈ, ਭਾਵ ਜਿਸ ਖੁਦਾ ਨੂੰ ਯਾਦ ਕਰਦਾ, ਉਹਦਾ ਸਰਗੁਣ ਸਰੂਪ ਸਾਹਮਣੇ ਪ੍ਰਗਟ ਹੈ। ਫਿਰ ਰੂਪ ਰੇਖਾ ਵੇਖੀ ਵੀ ਮੋਢੇ ਤੇ ਧਨੁਖ ਹੈ, ਪੱਥਾ ਤੀਰਾਂ ਨਾਲ ਭਰਿਆ ਹੈ, ਕਲਗੀ ਸਜੀ ਹੋਈ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਰੂਪ ਪ੍ਰਗਟ ਸੀ ਭਾਰਤ ਵਰਸ਼ ਅੰਦਰ। ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਜਾਪਦੇ ਹੋ। ਮਹਾਰਾਜ ਮੁਸਕਰਾਏ ਨੇ ਤੇ ਕਹਿੰਦੇ ਤੂੰ ਕੌਣ ਹੈ? ਤੇ ਕਹਿੰਦਾ ਜੀ ਮਾਧੋ ਦਾਸ। ਕਦੇ ਲਛਮਣ ਦਾਸ ਵੀ ਨਾਮ ਰਿਹਾ ਹੈ। ਮਹਾਰਾਜ ਕਹਿੰਦੇ ਡੂੰਘਾਈ ਵਿੱਚ ਝਾਤ ਮਾਰ, ਤੂੰ ਕੌਣ ਹੈ? ਤੇ ਦੋਵੇਂ ਹੱਥ ਜੋੜ ਕੇ ਕਹਿੰਦਾ ਜੀ ਮੈਂ ਜੋ ਵੀ ਸੀ ਅੱਜ ਉਹ ਨਹੀਂ ਰਿਹਾ, ਅੱਜ ਤੋਂ ਮੈਂ ਤੁਹਾਡਾ ਬੰਦਾ ਹਾਂ। ਖੰਡੇ ਦੀ ਪੌਲ ਛਕਾ ਕੇ ਕਲਗੀਧਰ ਨੇ ਕੀ ਬਣਾ ਦਿੱਤਾ? ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ। ਐਸਾ ਥਾਪੜਾ ਦਿੱਤਾ ਉਸ ਨੂੰ ਸਨਾਤਨ ਮਤੀਏ ਤੋਂ ਸਿੰਘ ਸਜਾ ਕੇ, ਇੱਕ ਡੇਰੇ ਵਿੱਚ ਲੁਕ ਕੇ ਦਿਨ ਕੱਟਣ ਵਾਲਾ, ਭਾਰਤ ਵਰਸ਼ ਦੇ ਮੁਗਲਿਆ ਸਲਤਨਤ ਦੇ ਤਖਤ ਨਾਲ ਮੱਥਾ ਲਾਉਣ ਵਾਲਾ ਬਣਾ ਦਿੱਤਾ। ਸਤਿਗੁਰ ਮੇਰਾ ਤਾਣ ਨਿਤਾਣ। ਮਾਈ ਗੁਰੂ ਇਜ਼ ਆਲ ਪਾਵਰਫੁਲ। ਨਿਤਾਣਿਆਂ ਨੂੰ ਤਾਣ ਬਖਸ਼ ਦਿੱਤਾ ਮੇਰੇ ਅਜ਼ਮਤੀ ਗੁਰੂ ਨੇ। ਪਰ ਕਦੋਂ ਤਾਣ ਬਖਸ਼ਿਆ? ਜਦੋਂ ਮੈਂ ਇਹ ਮੰਨ ਲਿਆ ਵੀ ਮੈਂ ਤੇਰੇ ਦਰ ਦਾ ਬੰਦਾ ਹਾਂ, ਗੁਲਾਮ ਹਾਂ, ਦਾਸ ਹਾਂ, ਫਿਰ ਅਜ਼ਮਤਾਂ ਦਿੰਦਾ ਹੈ। ਤੂੰ ਤੇ ਗਨੀਮ ਬਣ ਕੇ ਆਉਣਾ ਹੈ, ਤੂੰ ਤੇ ਅਹੰਕਾਰ ਲੈ ਕੇ ਆਉਣਾ ਹੈ।
ਤੂੰ ਤੇ ਗੁਰੂ ਤੋਂ ਵੱਡਾ ਖਵਾਉਣਾ ਹੈ, ਤੈਨੂੰ ਥੋੜੀ ਬੰਦਾ ਬਣਾਵੇਂਗਾ ਉਹ, ਤੈਨੂੰ ਥੋੜੀ ਸੀਨੇ ਨਾਲ ਲਾਵੇਗਾ ਉਹ। ਸੋ ਮਹਾਰਾਜ ਕਹਿੰਦੇ ਨੇ ਸਰਨ ਸਮਰੱਥ ਅਕਥ ਸੁਖ ਦਾਤਾ, ਕਿਰਪਾ ਸਿੰਧ ਬੜੋ ਦਇਆਲ, ਕੰਠ ਲਾਏ ਰਾਖੈ ਆਪਣੇ ਕੋ, ਤਿਸ ਨੂੰ ਲੱਗੈ ਨਾ ਤਾਤੀ ਬਾਲ। ਉਹ ਸਮਰੱਥ ਹੈ, ਉਹ ਪੂਰਨ ਹੈ, ਸੁੱਖਾਂ ਦਾ ਦਾਤਾ ਹੈ, ਕਿਰਪਾ ਦਾ ਸਿੰਧ ਹੈ, ਸਾਗਰ ਹੈ, ਉਹ ਅਜ਼ਮਤਾਂ ਦਾ ਖਜ਼ਾਨਾ ਹੈ। He is the giver of the peace. He is the ocean of mercy. He is supreme. ਗੁਰੂ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਹੈ। ਤੇ ਜਿਹੜਾ ਉਹਦੇ ਦਰ ਦਾ ਦਾਸ ਬਣ ਜਾਂਦਾ ਹੈ, ਉਹਨੂੰ ਕੰਠ ਨਾਲ ਲਾ ਕੇ ਰੱਖਦਾ ਹੈ, ਉਹਨੂੰ ਗਲਵਕੜੀ ਵਿੱਚ ਰੱਖਦਾ ਹੈ। ਜਿਵੇਂ ਮਾਂ ਬਚੜੇ ਨੂੰ ਤਾਤੀ ਵਾਹ ਨਹੀਂ ਨਾ ਲੱਗਣ ਦਿੰਦੀ, ਕਹਿੰਦੇ ਤੈਨੂੰ ਤਾਤੀ ਵਾਹ ਨਹੀਂ ਲੱਗਣ ਦਵੇਗਾ, ਵਿਕਾਰਾਂ ਦੀ ਤੱਤੀ ਵਾਹ ਨਹੀਂ ਲੱਗਣ ਦਵੇਗਾ, ਵਿਘਨਾਂ ਦੀ ਤੱਤੀ ਵਾਹ ਨਹੀਂ ਲੱਗਣ ਦਵੇਗਾ, ਦੁੱਖ ਤਕਲੀਫਾਂ ਦੀ ਤ੍ਰਿਸ਼ਨਾ ਦੀ ਤੱਤੀ ਵਾਹ ਨਹੀਂ ਲੱਗਣ ਦਵੇਗਾ, 84 ਲੱਖ ਜੂਨਾਂ ਦੀ ਗਰਭ ਕੁੰਡ ਦੀ ਤੱਤੀ ਵਾਹ ਨਹੀਂ ਲੱਗਣ ਦਵੇਗਾ। ਪਰ ਬਕਾਇਦਾ ਸ਼ਰਤ ਇਹ ਹੈ ਵੀ ਬੰਦਾ ਬਣ ਉਹਦੇ ਦਰ ਦਾ, ਗੁਲਾਮ ਬਣ ਉਹਦੇ ਦਰ ਦਾ। ਤੇ ਬੰਦਾ ਕਿਸ ਨੂੰ ਬਣਾਉਂਦਾ ਹੈ? ਜੋ ਅੰਦਰੂਨੀ ਤੌਰ ਤੇ ਝੁਕ ਜਾਂਦੇ ਨੇ, ਜੋ ਨਿਰਮਾਣ ਹੋ ਜਾਂਦੇ ਨੇ ਉਹਦੇ ਅੱਗੇ, ਗਰੀਬ ਬਣ ਜਾਂਦੇ ਨੇ ਉਹਦੇ ਸਨਮੁਖ। ਮਹਾਰਾਜ ਅੱਗੇ ਹੁਕਮ ਕਰਦੇ ਨੇ, ਸਰਣ ਨਾਨਕ ਹਰ ਨਾਮ ਧਿਆਏ। ਮਹਾਰਾਜ ਕਹਿੰਦੇ ਨੇ, ਸੀਕਸ ਗੋਡਸ ਸ਼ੈਲਟਰ ਐਂਡ ਮੈਡੀਟੇਟ ਔਨ ਹਿਸ ਨੇਮ। ਖੁਦਾਇਆ ਦੀ ਸ਼ਰਨ ਗ੍ਰਹਿਣ ਕਰ, ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ, ਉਸ ਪਰਮੇਸ਼ਵਰ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਿਆ ਕਰ, ਮੈਂ ਤੇਰਾ ਬੰਦਾ ਹਾਂ, ਮੇਰੀ ਝੋਲੀ ਨਾਮ ਪਾ ਦੇ, ਮੈਨੂੰ ਆਪਣਾ ਨਾਮ ਬਖਸ਼। ਜਿਵੇਂ ਬਾਬਾ ਫਰੀਦ ਕਹਿੰਦੇ ਨੇ ਨਾ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਮੇਰੀ ਝੋਲੀ ਖੈਰ ਪਾ ਦੇ ਨਾਮ ਦੀ। ਤੇ ਨਾਲ ਇਹ ਵੀ ਬੇਨਤੀ ਕਰਿਆ ਕਰੋ, ਤੇਰਾ ਨਾਮ ਧਿਆਉਂਦੇ ਰਹੀਏ, ਤੇਰਾ ਨਾਮ ਜਪਦੇ ਰਹੀਏ। ਨਾਮ ਤੇ ਸਾਨੂੰ ਮਹਾਰਾਜ ਨੇ ਬਖਸ਼ਿਆ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਕ ਅਲਫਾਜ਼, ਪਾਕ ਸ਼ਬਦ, ਪਰ ਅਸੀਂ ਧਿਆਉਂਦੇ ਨਹੀਂ, ਅਸੀਂ ਜਪਦੇ ਨਹੀਂ, ਯਾਦ ਨਹੀਂ ਕਰਦੇ, ਅਸੀਂ ਚੌਂਕੜਾ ਨਹੀਂ ਲਾਉਂਦੇ, ਮੈਡੀਟੇਟ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ, ਇਬਾਦਤ ਨਹੀਂ ਕਰਦੇ, ਪਰਮੇਸ਼ਵਰ ਦੇ ਗੀਤ ਨਹੀਂ ਗਾਉਂਦੇ। ਸ਼ਰਨ ਆ ਕੇ ਬੇਨਤੀ ਕਰੋ, ਪਨਾਹ ਲੈ ਕੇ ਬੇਨਤੀ ਕਰੋ, ਉਹਦੀ ਓਟ ਨੂੰ ਗ੍ਰਹਿਣ ਕਰਕੇ ਬੇਨਤੀ ਕਰੋ, ਹਰੀ ਦਾ ਨਾਮ ਬਖਸ਼ ਸਾਨੂੰ। ਹਰਿਆਂ ਭਰਿਆਂ ਕਰਨ ਵਾਲੇ ਹਰੀਵ ਧਾਤੂ ਤੋਂ ਬਣੇ ਪਰਮਾਤਮਾ ਦਾ ਨਾਮ ਬਖਸ਼। ਉਹ ਨਾਮ, ਉਹ ਨਾਮਣਾ ਜਿਸ ਦਾ ਅਭਿਆਸ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਹੋਵੇ। ਧਿਆਏ ਦਾ ਜਿਹੜਾ ਪੱਖ ਹੈ ਨਾ, ਉਹਦਾ ਭਾਵ ਇਹ ਹੈ ਵੀ ਜੋ ਸਾਨੂੰ ਗੁਰਾਂ ਨੇ ਸ਼ਬਦ ਬਖਸ਼ਿਆ ਹੈ, ਜੋ ਸਾਈਂ ਦੀ ਅਕਾਲ ਪੁਰਖ ਦੀ ਵਡਿਆਈ ਬਖਸ਼ੀ ਹੈ ਨਾ, ਉਹਨੂੰ ਯਾਦ ਰੱਖਣਾ। ਬਿਰਤੀ ਨੂੰ ਦੁਨੀਆ ਵੱਲੋਂ ਤੋੜ ਕੇ, ਸੰਸਾਰ ਵੱਲੋਂ ਤੋੜ ਕੇ ਨਿਰੰਕਾਰ ਵਿੱਚ ਲਾ ਕੇ ਰੱਖਣਾ। ਧਿਆਏ ਤੋਂ ਮੁਰਾਦ ਇਹ ਹੈ ਪਰਮੇਸ਼ਵਰ ਵਿੱਚ ਧਿਆਨ ਲਾਉਣਾ। ਸ਼ਬਦ ਬਾਣੀ ਪੜ੍ਹਦਿਆਂ ਪੜ੍ਹਦਿਆਂ, ਉਹਦੇ ਗੀਤ ਗਾਉਂਦਿਆਂ ਗਾਉਂਦਿਆਂ, ਉਹਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਚਰਨਾਂ ਵਿੱਚ ਅਭੇਦ ਹੋ ਜਾਣਾ। ਔਰ ਇਹ ਹੋਵੇਗਾ ਕਿਵੇਂ? ਅਗਰ ਉਹਦੇ ਅਸੀਂ ਦਾਸ ਬਣਾਂਗੇ, ਬੰਦੇ ਬਣਾਂਗੇ ਗੁਰੂ ਪਰਮੇਸ਼ਰ ਦੇ। ਫਿਰ ਆਪਣੇ ਬੰਦਿਆਂ ਦੇ ਜ਼ਿਹਨ ਵਿੱਚ ਸਦਾ ਲਈ ਆਪਣੀ ਯਾਦ ਟਿਕਾ ਦਿੰਦਾ ਹੈ, ਨਾਮ ਟਿਕਾ ਦਿੰਦਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਕੂਚਾ ਏ ਮੁਰਸ਼ਦ ਸੇ ਬਿਹਤਰ ਹੈ, ਠਿਕਾਨਾ ਕੌਨ ਸਾ, ਬਾਗੇ जन्नत भी मिले तो हम कदम रखते नहीं। वो कहता है मुरशद दे दर दा झाड़ू बरदार होना, कूचा बन के रहना, साडे लई यही बादशाहां दा बादशाह होना है। कहते खसम दे दर दे झाड़ू बरदार दी सेवा नूं मैं
ਜੰਨਤ ਦੇ ਲਾਲਚ ਕਰਕੇ ਵੀ ਨਹੀਂ ਛੱਡ ਸਕਦਾ। ਮੈਨੂੰ ਕੋਈ ਆਖੇ ਨਾ ਸਵਰਗਾਂ ਦੀ ਮਲਕੀਅਤ ਲੈ ਲੈ, ਜੰਨਤ ਦੇ ਬਾਗ ਲੈ ਲੈ, ਕਹਿੰਦੇ ਮੈਂ ਕਦਮ ਵੀ ਨਹੀਂ ਰੱਖਦਾ ਉਸ ਜੰਨਤ ਦੇ ਅੰਦਰ ਜੇ ਮੈਨੂੰ ਆਪਣੇ ਮੁਰਸ਼ਦ ਨੂੰ ਛੱਡਣਾ ਪਵੇ ਤੇ। ਭਾਵ ਗੁਰੂ ਦੇ ਪਰਮੇਸ਼ਵਰ ਦੇ ਦਰ ਦਾ ਦਾਸ ਬਣ ਕੇ ਰਹਿ, ਮੁਰਸ਼ਦ ਦੇ ਦਰ ਦਾ ਦਾਸ ਬਣ ਕੇ ਰਹਿ, ਹੋਰਾਂ ਲਾਲਚਾਂ ਵਿੱਚ ਨਾ ਪੈ, ਕਿਉਂਕਿ ਉਹਦੇ ਦਰ ਦਾ ਜਿਹੜਾ ਨੌਕਰ ਹੈ ਨਾ, ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਝੋਲੀਆਂ ਭਰਨ ਵਾਲਾ ਉਹ ਸਤਪੁਰਸ਼ ਹੈ। ਉਹ ਦਾਤਾਰ ਹੋ ਨਿਬੜਦਾ ਹੈ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਉਹ ਭਗਤ ਬਚਨ ਕਰ ਦੇਣ ਤੇ ਤੇਰੀ ਝੋਲੀ ਭਰ ਸਕਦੀ ਹੈ। ਉਹ ਦਾਤੇ ਬਣ ਜਾਂਦੇ ਨੇ ਜਿਹੜੇ ਗੁਰੂ ਦੇ ਦਾਸ ਬਣ ਕੇ ਰਹਿੰਦੇ ਨੇ। ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸੁਹਾਈ ਸਦਾ ਸੰਗ, ਆਗੈ ਲਏ ਛਡਾਏ। ਗੁਰੂ ਦੇ ਦਾਸ ਬਣ ਕੇ ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦਾ ਲੋਕ ਵੀ ਸੁਹੇਲਾ, ਪਰਲੋਕ ਵੀ ਸੁਹੇਲਾ। ਉਹ ਜਮਾਂ ਤੋਂ ਛੁਟਕਾਰਾ ਪਾ ਲੈਂਦੇ ਨੇ, ਉਹ ਰੋਗਾਂ ਸੋਗਾਂ ਤੋਂ ਨਿਜਾਤ ਪਾ ਲੈਂਦੇ ਨੇ। ਜਿਹੜੇ ਗੁਰੂ ਦੇ ਬੰਦੇ ਬਣ ਜਾਣ, ਗੁਰੂ ਦੇ ਦਾਸ ਬਣ ਜਾਣ, ਗੁਰੂ ਦੀ ਸ਼ਰਨ ਆ ਜਾਣ ਔਰ ਗੁਰੂ ਦੇ ਬਖਸ਼ੇ ਨਾਮ ਨੂੰ ਧਿਆਉਣ, ਉਹ ਮੁਕਤੀ ਹਾਸਲ ਕਰ ਲੈਂਦੇ ਨੇ। ਐਸਾ ਸਾਡੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ। ਕਹਿੰਦੇ ਅਹੰਕਾਰ ਛੱਡੋ, ਨਿਰਮਾਣ ਹੋ, ਝੋਲੀ ਅੱਡੋ ਮਨ ਦੀ ਗੁਰੂ ਪਾਸੋਂ, ਨਾਮ ਮੰਗੋ ਕਾਲ ਪੁਰਖ ਦਾ ਤੇ ਨਾਮ ਨੂੰ ਧਿਆ ਕੇ ਨਿਜਾਤ ਹਾਸਲ ਕਰ ਲਵੋ। ਰੋਗ ਸੋਗ ਤੁਹਾਡੇ ਮਿਟ ਜਾਣਗੇ। ਭੁੱਲ ਚੁੱਕ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।